इस वक्त असी पहुंचे हाँ किला सैफदीपुर। एक नशेड़ी बंदा जिहड़ा कि एक माड़े दौर चों गुजर रहा सी, इन्नियां सियाणियां गल्लां किवें करन लग गया। किताबां पढ़न दे नाल शौक पैदा हो गए जां एक मैं असीं देखिआ तुहाडी गड्डी ते चीक वेरा दी फोटो छपी है। ਜਦੋਂ ਮੈਂ ਜੇਲ੍ਹ ਗਿਆ ਨਾ ਭਾਈ ਉੱਥੇ ਮੈਨੂੰ ਸ਼ੇਖ ਵੇਰਾ ਦੀ ਕਿਤਾਬ ਦਿੱਤੀ ਬੰਦੇ ਨੇ, ਤਾਂ ਜਦੋਂ ਮੈਂ ਪੜ੍ਹਨ ਲੱਗਾ ਤਾਂ ਫਿਰ ਮੈਨੂੰ ਉਹਦੇ ਅੰਦਰ ਕਈ ਚੀਜ਼ਾਂ ਐਸੀਆਂ ਮਿਲੀਆਂ ਜਿਨ੍ਹਾਂ ਨੇ ਮੈਨੂੰ ਸਮਝਾਇਆ ਵੀ ਜ਼ਿੰਦਗੀ ਜਿਉਣ ਲਈ ਤੁਹਾਨੂੰ ਅਨੁਸ਼ਾਸਨ 'ਚ ਰਹਿਣਾ ਬਹੁਤ ਜ਼ਰੂਰੀ। ਪਿਛੋਕੜ ਬਹੁਤ ਮਾੜਾ ਰਿਹਾ, ਮੈਂ ਕੀ ਮਤਲਬ ਆਪਾਂ ਸਮਝਾ ਨਹੀਂ ਸਕਦਾ, ਸਮਾਂ ਲੱਗਦਾ। ਪਰ ਚਲੋ ਉਸ ਦੇ ਆੜ 'ਚ ਜਦੋਂ ਆਪਣੇ ਆਪ ਨੂੰ ਮੈਂ ਸੈਟਲ ਕਰ ਲਈ, ਇੱਥੇ ਆਪਣੀ ਰਿਹਾਇਸ਼ ਬਣਾਉਣ ਲੱਗਾ ਆ, ਜਿਵੇਂ ਬਾਂਹ ਫੜਦਾ ਰੱਬ, ਤਾਂ ਉਸੇ ਰੀਝ ਦੇ ਅੰਦਰ ਮੈਂ ਵੀ ਇੱਕ ਫਾਰਮ ਹਾਊਸ ਬਣਾਇਆ ਸੀ। ਪਰ ਮੈਨੂੰ ਨਹੀਂ ਪਤਾ ਸੀ ਵੀ ਉਹ ਫਾਰਮ ਹਾਊਸ ਇੱਕ ਸ਼ੂਟਿੰਗ ਦੇ ਤੌਰ 'ਤੇ ਵਰਤਿਆ ਜਾਣ ਲੱਗ ਪੈਣਾ। ਜਿਹੜੇ ਗਾਣਿਆਂ ਦੀਆਂ ਇੱਥੇ ਸ਼ੂਟਿੰਗਾਂ ਹੋ ਗਈਆਂ, ਇਹ ਚੀਜ਼ਾਂ ਤਾਂ ਇੱਕ ਕਿੱਤੇ ਨੂੰ ਲੈ ਕੇ ਜੋੜ ਕੇ ਵੇਖੀਏ ਤਾਂ ਬਹੁਤ ਚੰਗਾ ਲੱਗਦਾ ਵੀ ਹੈ ਨਾ, ਬੜਾ ਵਧੀਆ ਪ੍ਰਾਊਡ ਫੀਲ ਹੁੰਦਾ। ਮਿਹਨਤ ਨੂੰ ਆਪਾਂ ਤੋੜਾਂਗੇ ਨੇ ਵੀ ਮੈਂ ਮਿਹਨਤ ਨੂੰ ਨੂੰ ਲੱਗ ਕਰ ਦੋ ਨੱਤ ਨੂੰ ਮੈਂ ਨਹੀਂ ਹਟਣਾ। ਮੈਂ ਇਹਨੂੰ ਐਂ ਡਿਫਾਈਨ ਕਰ ਲੈਂਦਾ ਸੀ, ਜਿਹੜੇ ਕੰਮ ਲੱਗਾ ਮੈਂ ਹਟਣਾ ਨਹੀਂ। ਠੀਕ ਜਿਵੇਂ ਜਿੱਦੀ ਨਹੀਂ ਬੰਦਾ ਹੁੰਦਾ, ਜਿੱਦ ਪਾਲਣੀ ਪੈਂਦੀ ਹੈ। ਤੁਸੀਂ ਇਹ ਜਿਹੜਾ ਸਾਰਾ ਬਿਜ਼ਨਸ ਦਾ ਮਾਈਂਡ ਹੈ ਕਿਵੇਂ ਡਿਵੈਲਪ ਹੋ ਗਿਆ? ਕਿਉਂਕਿ ਬਹੁਤ ਸਾਰੇ ਨੌਜਵਾਨ ਕਹਿੰਦੇ ਆ ਨਹੀਂ ਯਾਰ ਇੱਥੇ ਕੁਛ ਨਹੀਂ ਬਣਨਾ, ਇੱਥੇ ਤਾਂ ਲੁੱਟ ਹੈ, ਇੱਥੇ ਤਾਂ ਥ੍ਰੈਟ ਨੇ, ਇੱਥੇ ਸੁਰੱਖਿਅਤ ਹੈ ਨਹੀਂ ਸਾਰਾ ਕੁਛ, ਇਸ ਕਰਕੇ ਅਸੀਂ ਬਾਹਰ ਨੂੰ ਜਾਣਾ। ਆਪਾਂ ਨੂੰ ਗਲਤ ਨਹੀਂ ਕਹਿੰਦੇ, ਪਰ ਕੀ ਅੱਖਾਂ ਸਾਹਮਣੇ ਬਰਬਾਦੀ ਦਿਖ ਰਹੀ ਸੀ ਮੈਨੂੰ ਆਪਦਾ ਫਿਊਚਰ ਜੋ ਮੈਂ ਦੇਖਿਆ 20 ਸਾਲ ਅੱਗੇ। ਦੇਖੋ ਮੈਂ ਨਸ਼ਾ ਕਰਦਾ ਸੀ, ਅਸੀਂ ਇੱਕ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਬਾਈ ਕਹਿਣਾ ਨਸ਼ੇ ਲਈ। ਇੱਕ ਆਕੜ ਹੁੰਦੀ ਜੱਟ 'ਚ, ਇਹੀ ਹੈ ਵੀ ਜੱਟ ਕਿਉਂ ਨਹੀਂ ਕਾਮਯਾਬ ਹੁੰਦੇ, ਵੀ ਮੈਂ ਕਹੂੰਗਾ ਯਾਰ ਇਹਨੂੰ ਗੱਲ। ਜਦੋਂ ਅਸੀਂ ਨਸ਼ੇ ਲਈ ਕਿਸੇ ਨੂੰ ਐਂ ਕਹਿ ਸਕਦੇ ਸੀ, ਤਾਂ ਇਹਦੇ ਤਾਂ ਕਿਰਤ ਹੈ ਨਾ ਵੀ ਆਪਾਂ ਝੁੱਕ ਕੇ ਕਿਸੇ ਤਰ੍ਹਾਂ ਦੇ ਨਾਲ ਮੈਨੂਪੂਲੇਸ਼ਨ ਕਰ ਸਕਦੇ ਹਾਂ, ਚਾਪਲੂਸੀ ਕਰ ਸਕਦੇ ਹਾਂ। ਭਾਜੀ ਆ ਜਾਓ, ਉੱਥੇ ਨਸ਼ੇ ਲਈ ਕਰਦੇ ਚਾਪਲੂਸੀ, ਇੱਥੇ ਇਹ ਆ ਵੀ ਵੀਰ ਜੀ ਆ ਜਾਓ ਕੰਮ ਤੁਹਾਨੂੰ, ਹਾਂਜੀ ਆ ਵੀਰ ਜੀ ਇਹੀ ਗਾਹਕ ਭਾਲਦਾ। ਸਾਹਮਣੇ ਖੜੇ ਆ, ਇਹਦਾ ਵੀ ਰਾਜ ਖੋਲ ਦਿਓ ਕਿ ਇੰਨੀ ਪੁਰਾਣੀ ਹੈ, ਕਦੋਂ ਦਾ ਨਕਸ਼ਾ ਹੈ, ਕਦੋਂ ਦੀ ਹੈ ਕੋਠੀ? ਇਹ ਵੀਰੇ ਕੋਠੀ ਬਣਾਈ ਸੀ 1986 'ਚ। ਕਿ ਐਡਾ ਵੱਡਾ ਚੰਡੀਗੜ੍ਹ ਵਰਗੇ ਜਿਹੜੇ ਵੱਡੇ ਵੱਡੇ ਜਿੰਮਖਾਨੇ ਉਹਨਾਂ ਨੂੰ ਮਾਤ ਭਾਰ ਰਿਹਾ ਪਿੰਡ ਦਾ ਜਿੰਮਖਾਨਾ, ਇਹ ਆਈਡੀਆ ਕਿਵੇਂ? ਤਾਂ ਕੁਛ ਜਿਵੇਂ ਆਪਦੀ ਜ਼ਿੰਦਗੀ ਦਾ ਦੇਖੇ ਮੈਂ ਗਲਤ ਰਾਹ 'ਤੇ ਕਿਉਂ ਪਿਆ ਵੀ ਨੇ। ਜਿਹੜੇ ਵੀ ਮਾੜੇ ਅਨਸਰ ਬਣ ਜਾਂਦੇ ਆ ਜਾਂ ਉਹਨਾਂ ਦੀ ਸੰਗਤ ਕੰਮ ਕਰਦੀ ਆ, ਕੁਛ ਵੀ ਕਾਰਨ ਰਹੇ ਹੁਣ ਜਾਂ ਹਾਲਾਤ ਬਣ ਜਾਂਦੇ ਆ ਕਿ ਬੰਦਾ ਗੈਂਗਸਟਰ ਬਣ ਜੇ, ਬੰਦਾ ਨਸ਼ੇੜੀ ਬਣ ਜੇ, ਬੰਦਾ ਹੋਰ ਉਦੋਂ ਮਾੜਾ ਬਣ ਜੇ। ਬਈ ਮੁੜਨਾ ਹਰ ਕੋਈ ਚਾਹੁੰਦਾ, ਚਾਹੇ ਕੋਈ ਉਹ ਗੈਂਗਸਟਰ ਆ, ਚਾਹੇ ਕੋਈ ਉਹ ਨਸ਼ੇੜੀ ਆ, ਚਾਹੇ ਕਿਸੇ ਨੇ ਕੋਈ ਮਤਲਬ ਘਰੋਂ ਭਗੌੜਾ ਹੋ ਗਿਆ, ਜਾਂ ਚਾਹੇ ਕੋਈ ਕੁੜੀ ਆ ਜਿਹਨੇ ਗਲਤ ਕੀਤਾ। ਆਪਾਂ ਨਹੀਂ ਕਹਿੰਦੇ ਸਾਰੇ ਮਤਲਬ ਇੱਕ ਤਰ੍ਹਾਂ, ਸਭ ਤੋਂ ਵੱਡਾ ਰੋਲ ਮੋੜਨ ਦਿੰਦਾ ਸਮਾਜ। ਇਸ ਵਕਤ ਅਸੀਂ ਪਹੁੰਚੇ ਹਾਂ ਕਿਲਾ ਸੈਫਦੀਪੁਰ, ਜ਼ਿਲ੍ਹਾ ਪਟਿਆਲਾ ਦੇ ਅੰਦਰ ਪੈਂਦਾ। ਔਰ ਜਿਹੜੀ ਇਮਾਰਤ ਨਜ਼ਰ ਆ ਰਹੀ ਹੈ, ਇਸ ਨੂੰ ਬਣਾਉਣ ਦੇ ਲਈ ਔਰ ਪੂਰੇ ਦਾ ਪੂਰਾ ਕਿਲਾ ਉਸਾਰਨ ਦੇ ਲਈ ਇੱਕ ਨੌਜਵਾਨ ਗੱਭਰੂ ਦੀ ਮਿਹਨਤ ਕਿੰਨੀ ਲੱਗੀ ਹੈ, ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਸਾਂਝੀ ਕਿ ਕਿਵੇਂ ਇੱਕ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦਾ। ਇੱਕ ਦੌਰ ਦੇ ਵਿੱਚ ਸਮਗਲਿੰਗ ਦੇ ਪਰਚੇ ਹੋ ਜਾਂਦੇ ਨੇ ਤਕਰੀਬਨ ਦਰਜਨ ਦੇ ਨੇੜੇ, ਉਸ ਤੋਂ ਬਾਅਦ ਜੇਲ੍ਹ ਵੀ ਕੱਟਦਾ। ਪਰ ਇੱਕ ਜ਼ਿੰਦਗੀ ਦੇ ਵਿੱਚ ਅਜਿਹਾ ਮੋੜ ਆਉਂਦਾ ਹੈ ਜਿਸ ਦੇ ਨਾਲ ਕਿਲਾ ਸੈਫਦੀਪੁਰ ਜਿਹੜਾ ਉਸਾਰਿਆ ਜਾਂਦਾ। ਸੈਫਦੀਪੁਰ ਦਾ ਨਾਮ ਕਿਵੇਂ ਪਿਆ, ਇਸ ਦਾ ਪਿਛੋਕੜ ਕੀ ਹੈ ਔਰ ਉਹ ਨੌਜਵਾਨ ਕੌਣ ਹੈ, ਉਸ ਬਾਰੇ ਅਸੀਂ ਗੱਲ ਕਰਾਂਗੇ ਇਸ ਖਾਸ ਰਿਪੋਰਟ ਦੇ ਅੰਦਰ। ਔਰ ਦੱਸਾਂਗੇ ਕਿ ਸੋਹਣੀ ਇਮਾਰਤ ਔਰ ਸੋਹਣਾ ਬਿਜ਼ਨਸ ਹੈ ਜਿਹੜਾ ਉਹ ਦਿਹਾਤੀ ਏਰੀਏ ਵਿੱਚ, ਦਿਹਾਤੀ ਇਲਾਕੇ ਵਿੱਚ, ਪਿੰਡਾਂ ਦੇ ਵਿੱਚੋਂ ਕਿਵੇਂ ਸ਼ੁਰੂ ਹੋਇਆ। ਔਰ ਖਾਸ ਕਰਕੇ ਜਿਹੜੀ ਨੌਜਵਾਨੀ ਜਦੋਂ ਉੱਠਦੀ ਬਹਿੰਦੀ ਹੈ, ਸੁਪਨੇ ਦੇਖਦੀ ਹੈ ਕਿ ਵਿਦੇਸ਼ਾਂ ਵਿੱਚ ਜਾਵਾਂਗੇ, ਇੱਥੇ ਕੁਝ ਨਹੀਂ ਬਣਦਾ, ਪਰ ਉਹ ਸਾਰੇ ਭੁਲੇਖੇ ਦੂਰ ਹੋਣਗੇ ਇਸ ਖਾਸ ਰਿਪੋਰਟ ਦੇ ਅੰਦਰ ਕਿ ਇੱਕ ਨੌਜਵਾਨ ਨੇ ਕਿਵੇਂ ਆਪਣੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਹੀ ਅਜਿਹਾ ਬਿਜ਼ਨਸ, ਅਜਿਹਾ ਵਪਾਰ ਸਿਰਜਿਆ ਕਿ ਅੱਜ ਉਹਦੀ ਕਮਾਈ ਵੀ ਹੈ ਔਰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਵੀ ਨਿਕਲਿਆ। ਔਰ ਸਾਰੀਆਂ ਗੱਲਾਂ ਕਰਾਂਗੇ ਇਸ ਖਾਸ ਰਿਪੋਰਟ ਦੇ ਅੰਦਰ। ਕਿਲਾ ਸੈਫਦੀਪੁਰ ਦੇ ਇਸ ਨੂੰ ਖੜਾ ਕਰਨ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਸਿੱਧੂ ਭਾਊ, ਉਹ ਸਾਡੇ ਨਾਲ ਨੇ। ਇਸ ਕਿਲੇ ਦੀਆਂ ਗੱਲਾਂ ਕਰਾਂਗੇ, ਉਹਨਾਂ ਦੀਆਂ ਯਾਦਾਂ ਕਿ ਕਿਵੇਂ ਉਹ ਇਸ ਦੇ ਵਿੱਚੋਂ ਨਿਕਲੇ ਔਰ ਕਿਵੇਂ ਇਹਨਾਂ ਨੇ ਇੱਕ ਮੁਕਾਮ ਹਾਸਲ ਕੀਤਾ ਹੈ, ਸਾਰੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ। ਬਹੁਤ ਵਧੀਆ ਬਾਈ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਡਾ, ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਨ ਕੱਢ ਕੇ ਆਏ ਬਾਈ ਜੀ। ਜਿਹੜੀਆਂ ਚੀਜ਼ਾਂ ਦਿਖ ਜਾਂਦੀਆਂ ਜਦੋਂ ਇੱਕ ਸਾਹਮਣੇ ਦਿਖਦਾ, ਜਿਵੇਂ ਆ ਅਸੀਂ ਹਵੇਲੀ ਦੇਖ ਰਹੇ ਹਾਂ ਬਹੁਤ ਵੱਡੀ, ਔਰ ਦੂਰੋਂ ਦੂਰੋਂ ਲੋਕ ਆਉਂਦੇ ਆ ਤੁਹਾਡੇ ਕੋਲ ਚੱਲ ਕੇ ਵੀ, ਇੱਥੇ ਦੇਖਣ ਵੀ ਆਉਂਦੇ ਆ, ਸਾਰਾ ਕੁਝ ਕਰਦੇ ਆ। ਔਰ ਤੁਸੀਂ ਇਸ ਨੂੰ ਜਿਵੇਂ ਬਿਜ਼ਨਸ ਬਣਾਇਆ, ਇਹ ਸੌਖੀ ਗੱਲ ਤਾਂ ਹੈ ਨਹੀਂ, ਬੜੀ ਮਿਹਨਤ ਲੱਗੀ ਹੋਊਗੀ, ਇਹ ਤਾਂ ਪਹਿਲੀਆਂ 'ਚ ਗੱਲ ਆ। ਪਰ ਫਿਰ ਵੀ ਮੈਂ ਤੁਹਾਡੇ ਤੋਂ ਪਿਛੋਕੜ ਜਾਣਨਾ ਚਾਹੁੰਦਾ ਕਿ ਨਿਕਲੇ ਕਿਵੇਂ ਇਸ ਕੰਮ ਦੇ ਲਈ? ਬਾਈ ਕਈ ਮੈਂ ਹਮੇਸ਼ਾ ਕਹਿੰਦਾ ਮੈਨੂੰ ਖੁਦ ਇਸ ਚੀਜ਼ ਦੀ ਸਮਝ ਨਹੀਂ ਆਈ, ਜਦੋਂ ਰਾਹ ਬਾਬਾ ਪਰਮਾਤਮਾ ਦੇ ਛੱਡਦੇ ਨੇ ਨਾ,
ਤੇ ਨਾਲ ਕਰਮ ਕਰਨੇ ਉਹ ਖਿੱਚ ਕੇ ਆਪੇ ਲੈ ਜਾਂਦਾ। ਪਿਛੋਕੜ ਬਹੁਤ ਮਾੜਾ ਰਿਹਾ, ਮੈਂ ਕੀ ਮਤਲਬ ਆਪਾਂ ਸਮਝਾ ਨਹੀਂ ਸਕਦਾ, ਸਮਾਂ ਲੱਗਦਾ। ਪਰ ਚਲੋ ਉਸ ਦੇ ਆੜ 'ਚ ਜਦੋਂ ਆਪਣੇ ਆਪ ਨੂੰ ਮੈਂ ਸੈਟਲ ਕਰਨ ਲਈ ਇੱਥੇ ਆਪਣੀ ਰਿਹਾਇਸ਼ ਬਣਾਉਣ ਲੱਗਾ ਹਾਂ, ਤੇ ਜਿਵੇਂ ਬਾਂਹ ਫੜਦਾ ਰੱਬ, ਤਾਂ ਉਹਨੇ ਮਤਲਬ ਆਪੇ ਮੈਨੂੰ ਰਾਹ ਦਿਖਾਉਂਦਾ ਰਿਹਾ, ਆਪਾਂ ਉਹਦੇ ਰਾਹ ਤੁਰਦੇ ਰਹੇ ਹਾਂ। ਤਾਂ ਜਦੋਂ ਮੈਂ ਮਤਲਬ ਛੱਡਿਆ ਉਸ ਲਾਈਨ ਨੂੰ, ਛੱਡ ਕੇ ਤੇ ਆਪਦੇ ਆਪ ਨੂੰ ਸਟੈਬਲਿਸ਼ ਕਰਨ ਬਾਰੇ ਸੋਚਦਾ ਹੁੰਦਾ ਸੀ, ਤਾਂ ਉਸ ਟਾਈਮ ਮੇਰੇ ਵਿਚਾਰ ਆਇਆ ਵੀ ਕਿਉਂਕਿ ਮੈਂ ਬਾਹਰ ਵੀ ਰਿਹਾ, ਬਾਹਰੋਂ ਛੱਡ ਕੇ ਆਇਆ, ਉੱਥੇ ਵੀ ਦੇਖ ਲਿਆ ਸਭ ਕੁਝ ਵੀ ਉੱਥੇ ਵੀ ਇਹੀ ਮਿਹਨਤ ਆ, ਤੇ ਜੇ ਇਹੀ ਮਿਹਨਤ ਉਹਦੀ ਕਰਨ ਦੀ ਥਾਂ 'ਤੇ ਜੇ ਮੈਂ ਆਪਦੇ ਇੱਥੇ ਰਹਿ ਕੇ ਕਰਾਂ ਤਾਂ ਜ਼ਿਆਦਾ ਚੰਗਾ। ਤੇ ਚਲੋ ਮੈਂ ਜਦੋਂ ਇੱਥੇ ਆ ਕੇ ਵਿਚਾਰ ਕੀਤਾ ਵੀ ਕੀ ਚਾਹੀਦਾ ਕਿਵੇਂ ਆ, ਤਾਂ ਉਸ ਟਾਈਮ ਮੈਨੂੰ ਮੇਰਾ ਮਤਲਬ ਪੁਰਾਣਾ ਘਰ ਹੋਣ ਕਰਕੇ ਸੀ, ਇੱਥੇ ਪਿੰਡ ਸੀਗਾ, ਵੈਸੇ ਸ਼ਹਿਰ ਕੋਠੀ ਸੀ, ਤਾਂ ਮੈਂ ਆਪਦੇ ਆਪ ਨੂੰ ਚਾਹੁੰਦਾ ਸੀ ਮੈਂ ਇੱਥੇ ਮਤਲਬ ਪਹਿਲਾਂ ਘਰ ਦੇ ਤੌਰ 'ਤੇ ਸ਼ੁਰੂ ਹੋਏ। ਜਦੋਂ ਤੁਸੀਂ ਆ ਦੇਖੋਗੇ ਇਹ ਮੈਂ ਰਿਹਾਇਸ਼ ਬਣਾਇਆ ਸੀ, ਫਾਰਮ ਹਾਊਸ ਬਣਾਇਆ ਸੀ ਘੋੜਿਆਂ ਕਰਕੇ, ਕਿਉਂਕਿ ਜਿਵੇਂ ਅਸੀਂ ਸਫ਼ਰ ਕਰਦੇ ਸੀਗੇ ਲੋਕਾਂ ਕੋਲ ਜਾਂਦੇ ਸੀ, ਉਹਨਾਂ ਦੇ ਫਾਰਮ ਵੇਂਦੇ ਸੋਹਣੇ ਲੱਗਦੇ ਸੀ, ਤਾਂ ਉਸੇ ਰੀਝ ਦੇ ਅੰਦਰ ਮੈਂ ਵੀ ਇੱਕ ਫਾਰਮ ਹਾਊਸ ਬਣਾਇਆ ਸੀ। ਪਰ ਮੈਨੂੰ ਨਹੀਂ ਪਤਾ ਸੀ ਵੀ ਉਹ ਫਾਰਮ ਹਾਊਸ ਇੱਕ ਸ਼ੂਟਿੰਗ ਦੇ ਤੌਰ 'ਤੇ ਵਰਤਿਆ ਜਾਣ ਲੱਗ ਪੈਣਾ। ਉਹ ਇੱਕ ਕਿੱਤਾ ਬਣ ਗਿਆ, ਕਿਉਂਕਿ ਘੋੜਿਆਂ ਨੂੰ ਆਪਾਂ ਲਿਆ ਸੀਗਾ ਇੱਕ, ਮੈਨੂੰ ਮਤਲਬ ਸੰਤਾਂ ਨੇ ਭੇਟ ਦਿੱਤਾ ਸੀ ਗਿਫਟ ਵੀ ਤੂੰ ਕੰਮ ਕਰ, ਰਾਹ ਤੋਰਿਆ ਮਹਾਰਾਜ ਸੰਤਾਂ ਨੇ ਤੋਰਿਆ ਸੀ। ਉਹਦੇ ਨਾਲ ਰਹਿਣ ਕਰਕੇ ਜਿੱਥੇ ਜਾਣਾ ਚੰਗੇ ਫਾਰਮ ਦੇਖਣੇ, ਉਹਨੂੰ ਵੇਖ ਕੇ ਆਪਾਂ ਫਾਰਮ ਬਣਾਈਏ। ਜਦੋਂ ਰਹਿਣਾ ਜਾਣਾ ਲੋਕ ਚੰਗੇ ਆਉਂਦੇ ਨੇ ਤਾਂ ਵਧੀਆ ਲੱਗਦਾ। ਪਰ ਇਹ ਨਹੀਂ ਪਤਾ ਸੀ ਵੀ ਉਹ ਫਾਰਮ ਜਦੋਂ ਮੈਂ ਆਪਦੀ ਸੋਚ ਨਾਲ ਜਿਵੇਂ ਬਣਾਉਣਾ ਚਾਹੁੰਦਾ ਹੀ ਬਣਿਆ, ਤਾਂ ਉਹ ਇੰਨਾ ਕੁ ਪਸੰਦ ਲੋਕਾਂ ਨੇ ਕੀਤਾ ਵੀ ਉਹਨੂੰ ਗਾਣਿਆਂ 'ਚ ਸ਼ੂਟਿੰਗਾਂ 'ਚ ਵਰਤਣ ਲੱਗ ਪਏ। ਬਹੁਤ ਸਾਰੇ ਗਾਣਿਆਂ ਦੀਆਂ ਇੱਥੇ ਸ਼ੂਟਿੰਗਾਂ ਹੋ ਗਈਆਂ। ਇਹ ਚੀਜ਼ਾਂ ਤਾਂ ਇੱਕ ਕਿੱਤੇ ਨੂੰ ਲੈ ਕੇ ਜੋੜ ਕੇ ਵੇਖੀਏ ਤਾਂ ਬਹੁਤ ਚੰਗਾ ਲੱਗਦਾ ਵੀ ਹਨਾ, ਵੀ ਬੜਾ ਵਧੀਆ ਪ੍ਰਾਊਡ ਫੀਲ ਹੁੰਦਾ। ਪਰ ਇਸ ਨੂੰ ਖੜਾ ਕਰਨ ਦੇ ਲਈ ਮਿਹਨਤ ਕਿੰਨੀ ਕੁ ਲੱਗੀ, ਕਿਵੇਂ ਸ਼ੁਰੂਆਤ ਹੋਈ? ਮਿਹਨਤ ਬਹੁਤ ਜ਼ਿਆਦਾ ਸੀ, ਮਿਹਨਤ ਸੀ ਬਾਈ। ਮਿਹਨਤ ਦਾ ਮੈਂ ਤੁਹਾਨੂੰ ਕੀ ਕਹਿ ਸਕਦਾ ਵੀ ਮਿਹਨਤ ਨੂੰ ਆਪਾਂ ਤੋੜਾਂਗੇ ਨੇ ਵੀ ਮੈਂ ਮਿਹਨਤ ਨੂੰ ਮੇਹ ਨੂੰ ਲੱਗ ਕਰ ਦੋ ਨੱਤ ਨੂੰ, ਮੈਂ ਨਹੀਂ ਹਟਣਾ। ਮੈਂ ਇਹਨੂੰ ਐਂ ਡਿਫਾਈਨ ਕਰ ਲੈਂਦਾ ਸੀ ਵੀ ਜਿਹੜੇ ਕੰਮ ਲੱਗਾ ਮੈਂ ਹਟਣਾ ਨਹੀਂ। ਜਿਵੇਂ ਜਿੱਦੀ ਨਹੀਂ ਬੰਦਾ ਹੁੰਦਾ, ਜਿੱਦ ਪਾਲਣੀ ਪੈਂਦੀ ਆ। ਕਿਉਂਕਿ ਮੈਨੂੰ ਬੜੇ ਲੋਕਾਂ ਨੇ ਟੋਕਿਆ ਵੀ ਤੂੰ ਬਾਹਰ ਬੈਠਾ ਪਿੰਡ 'ਚ ਤੇ ਕਿਸੇ ਨੇ ਕਿੰਨੇ ਆਉਣਾ, ਵੀ ਲੋਕਾਂ ਦੇ ਸ਼ਹਿਰਾਂ 'ਚ ਕੰਮ ਪ੍ਰੋਜੈਕਟ ਫੇਲ ਹੋ ਰਿਹਾ, ਤੂੰ ਬਾਹਰ ਤੇਰੇ ਕੋਲ ਕਿਸੇ ਨੇ ਨਹੀਂ ਇੱਥੇ ਪਹੁੰਚਣਾ ਕਰਨਾ, ਤੂੰ ਪੈਸਾ ਲਾ ਰਿਹਾ ਵੇਸਟ ਹੋ ਜਾਣਾ ਹੈ ਨਾ। ਕਿਸੇ ਨੇ ਕਹਿਣਾ ਵੀ ਇਹਨਾਂ ਲੋਕਾਂ ਨੇ ਮੰਮੀ ਮਦਰ ਫਾਦਰ ਨੂੰ ਕਹਿਣਾ ਵੀ ਇਹਨੇ ਐਂ ਹੋ ਜਾਣਾ, ਜਿਵੇਂ ਟੈਨਸ਼ਨ ਹੁੰਦੀ ਸੀ। ਤਾਂ ਉਹ ਦੌਰ 'ਚੋਂ ਨਿਕਲਣਾ ਬਹੁਤ ਔਖਾ ਸੀ। ਪਰ ਰਾਤਾਂ ਨੂੰ ਸਮਾਨ ਲਿਆਉਣਾ, ਕਿਉਂਕਿ ਕਈ ਚੀਜ਼ਾਂ ਇਹੋ ਜਿਹੀਆਂ ਸੀ ਜਿਹੜੀਆਂ ਮੇਰੇ ਇੱਥੇ ਵਰਤਣ ਨੂੰ ਆਪਾਂ ਨੂੰ ਤੁਸੀਂ ਵੇਖੋ ਕਿ ਬੜੀਆਂ ਐਂਟੀਕ ਨੇ, ਲੱਭ ਕੇ ਲਿਆਂਦੀਆਂ। ਤਾਂ ਉਹਦੇ ਲਈ ਬੜੀ ਮਿਹਨਤ ਲੱਗਦੀ ਸੀ। ਮਿਹਨਤ ਵੀ ਲੋਕਾਂ ਤੱਕ ਪਹੁੰਚ ਕਰਨੀ, ਦੂਜੇ ਜ਼ਿਲ੍ਹਿਆਂ 'ਚ, ਸ਼ਹਿਰਾਂ 'ਚ, ਸਟੇਟਾਂ 'ਚ, ਠੀਕ ਆ। ਫਿਰ ਉਹ ਨੈਗੋਸ਼ੀਏਸ਼ਨ ਕਰਨੀ, ਡੀਲ ਕਰਨੀ, ਕਿਉਂਕਿ ਆਪਾਂ ਨੂੰ ਪੈਸਾ ਵੀ ਬਚਾਉਣਾ ਜ਼ਰੂਰੀ ਸੀ, ਕਿਉਂਕਿ ਕਿਰਤ ਦਾ ਪੈਸਾ ਸੀ। ਤਾਂ ਉਸ ਕਰਕੇ ਉਹ ਦਿਨ ਰਾਤ ਨਹੀਂ ਵੇਖਿਆ ਫਿਰ ਉਦੋਂ। ਤੇ ਕੋਸ਼ਿਸ਼ ਚਲੋ ਨਾਲ ਸਭ ਤੋਂ ਵੱਡੀ ਗੱਲ ਹੁੰਦੀ ਜੇ ਤੁਹਾਡੇ ਨਾਲ ਭਰਾ ਬਾਹਾਂ ਵਾਲੇ ਹੋਣ ਨਾ, ਉਹ ਇਕੱਲਾ ਬੰਦਾ ਜਿਹੜਾ ਕਹਿੰਦਾ ਨਾ ਸੈਲਫ ਮੇਡ ਮੈਨ, ਕਦੀ ਕੋਈ ਜ਼ਿੰਦਗੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਤੁਹਾਨੂੰ ਨਾਲ ਕੋਈ ਨਾ ਕੋਈ ਜ਼ਰੂਰ ਚਾਹੀਦਾ ਜਿਹੜਾ ਤੁਹਾਡੇ ਬਾਹਾਂ ਸਪੋਰਟ ਬਣ ਖੜੇ। ਤਾਂ ਉਹ ਨਾਲ ਸੀ, ਉਹਨਾਂ ਦੀ ਕਿਰਪਾ ਨਾਲ ਅੱਜ ਮਹਾਰਾਜ ਦੀ ਤੁਹਾਡੇ ਸਾਹਮਣੇ। ਤਾਂ ਭਾਊ ਦਾ ਕਾਰੋਬਾਰ ਹੈ ਜਿਹੜਾ, ਆ ਦੇਖੋ ਗੱਡੀਆਂ ਬਹੁਤ ਪੁਰਾਣੀਆਂ ਖੜੀਆਂ ਨੇ, ਆ ਦੇਖ ਲਓ ਆ ਸਾਰਾ ਕੁਛ, ਮੋਟਰਸਾਈਕਲ ਕੀ ਸਾਰਾ ਕੁਛ। ਔਰ ਜਿਹੜੀਆਂ ਇਹ ਗੱਡੀਆਂ ਦੀ ਕਹਾਣੀ ਇਹਨਾਂ ਮੋਟਰਸਾਈਕਲਾਂ ਦੀ ਇੱਥੇ ਰੱਖਣ ਦੀ ਕੀ ਹੈ, ਕਿਵੇਂ ਹੈ, ਸ਼ੌਕ ਹੈ ਜਾਂ ਪਹਿਲਾਂ ਤੋਂ ਆਪਣੇ ਕੋਲ ਹੀ ਸੀ? ਬਾਈ ਸ਼ੌਂਕ ਵੀ ਲਾ ਲਓ। ਜਦੋਂ ਛੋਟੀ ਉਮਰ ਹੁੰਦੀ ਸੀ ਆਪਣੇ ਵੇਲੇ, ਉਦੋਂ ਅਸੀਂ ਮਿੱਟੀ ਦੀਆਂ ਖਿਡੌਣੇ ਬਣਾਉਂਦੇ ਹੁੰਦੇ ਸੀ ਚੀਕਣੀ ਦੇ। ਤਾਂ ਅਸੀਂ ਨਾਨਕੇ ਰਹਿਣਾ ਕਰਨਾ, ਤਾਂ ਉਹ ਮਿੱਟੀ ਲੈ ਕੇ ਨਾ ਵੰਨ ਸਵੰਨੀਆਂ, ਤਾਂ ਮਤਲਬ ਹਰ ਬੰਦੇ ਵੇਖਣਾ, ਭੈਣਾਂ ਨੇ ਭਾਂਡੇ ਬਣਾਉਣੇ, ਮਾਮੇ ਦੇ ਮੁੰਡੇ ਟਰੈਕਟਰ ਬਣਾਉਣੇ, ਤਾਂ ਮੈਂ ਕਾਰਾਂ ਬਣਾਉਣੀਆਂ। ਕਾਰਾਂ ਦਾ ਮਤਲਬ ਬੰਦੇ ਸ਼ੁਰੂ ਤੋਂ obsession ਨਹੀਂ ਹੁੰਦਾ, ਵੀ ਮੈਨੂੰ obsession ਸੀ ਕਾਰਾਂ ਦਾ, ਵੀ ਵੰਨ ਸਵੰਨੀ ਕਾਰ ਹੋਵੇ ਮੇਰੇ ਕੋਲ। ਪੋਸਟਰ ਲਵਾਉਣੇ, ਇੱਕ ਮੈਗਜ਼ੀਨ ਲਵਾਇਆ ਹੁੰਦਾ, ਮਤਲਬ ਮੈਨੂੰ ਪੜ੍ਹਨਾ ਨਹੀਂ ਆਉਂਦਾ, ਸਿਰਫ ਉਹ 'ਚ ਪੋਸਟਰ ਆਉਂਦਾ ਹੁੰਦਾ ਸੀ। ਉਹਦੇ ਮਗਰੋਂ 50 ਰੁਪਏ ਦਾ ਮੈਗਜ਼ੀਨ ਲਵਾਇਆ ਹੋਣਾ, ਤੇ ਮੰਮੀ ਨੇ ਕਹਿਣਾ ਵੀ ਪੜ੍ਹਦਾ ਨਹੀਂ, ਸਿਰਫ ਇੱਕ ਪੋਸਟਰ ਕਰਕੇ। ਤਾਂ obsession ਸੀ। ਤਾਂ ਜਦੋਂ obsession ਹੁੰਦਾ ਤਾਂ ਜ਼ਿੰਦਗੀ ਦੀ ਕਮਾਈ ਨਾਲ ਵੀ ਪਹਿਲੀ ਗੱਡੀ ਹੋਈ ਮੈਨੂੰ ਹੁੰਦੀ ਸੀ ਵੀ ਗੱਡੀ ਲੈਣੀ। ਤਾਂ ਉਸ ਕਰਕੇ ਇੱਕ ਲਾ ਲਓ obsession ਮੇਰਾ ਸ਼ੌਂਕ ਦਾ ਸ਼ੌਂਕ ਵੀ ਪੂਰਾ ਕਰਦਾ, ਚਸਕਾ ਵੀ ਮਤਲਬ ਮੇਰਾ ਉਹ ਵੀ ਬਣ ਗਿਆ, ਤੇ ਕਮਾਈ ਦਾ ਮਾਧਿਅਮ ਵੀ ਬਣੇ। ਬਸ ਫਰਕ ਇੰਨਾ ਪੈ ਗਿਆ ਵੀ ਮੈਂ ਉਹਨੂੰ ਜਿਹੜੇ ਲੋਕਾਂ ਨੇ ਕਬਾੜ ਸਮਝ ਕੇ ਸੱਟਤਾ ਸੀ, ਆਪਾਂ ਉਹਨਾਂ ਨੂੰ ਤਿਆਰ ਕਰਾ ਕੇ ਅੱਜ ਲੋਕ ਉਹਨਾਂ ਨਾਲ ਪੈਸੇ ਦੇ ਕੇ ਫੋਟੋਆਂ ਕੰਮ ਕਰਾਉਂਦੇ ਆ। ਬਸ ਇੰਨਾ ਕੁ ਫਰਕ ਆ ਚੀਜ਼ ਨਾਲ ਸੰਭਾਲਣਾ। ਤੁਸੀਂ ਇਹ ਜਿਹੜੇ ਸਾਰਾ ਬਿਜ਼ਨਸ ਦਾ ਮਾਈਂਡ ਹੈ ਕਿਵੇਂ ਡਿਵੈਲਪ ਹੋ ਗਿਆ? ਕਿਉਂਕਿ ਬਹੁਤ ਸਾਰੇ ਨੌਜਵਾਨ ਕਹਿੰਦੇ ਆ ਨਹੀਂ ਯਾਰ ਇੱਥੇ ਕੁਝ ਨਹੀਂ ਬਣਨਾ, ਇੱਥੇ ਤਾਂ ਲੁੱਟ ਆ, ਇੱਥੇ ਤਾਂ ਥ੍ਰੈਟ ਨੇ, ਇੱਥੇ ਸੁਰੱਖਿਅਤ ਹੈ ਨਹੀਂ ਸਾਰਾ ਕੁਝ, ਇਸ ਕਰਕੇ ਅਸੀਂ ਬਾਹਰ ਨੂੰ ਜਾਣਾ। ਬਾਈ ਦੇਖੋ ਮੈਂ ਪਹਿਲਾਂ 2001 'ਚ ਪੜ੍ਹਨ ਇੱਕ ਵਾਰ ਗਿਆ ਸੀ ਪਹਿਲਾਂ। ਉਸ ਟਾਈਮ ਕੁਝ ਹੋਰ ਸਟੇਟ ਹੁੰਦੀਆਂ ਸੀ, ਅਵਸਥਾ ਹੋਰ ਹੁੰਦਾ ਸੀ ਟਾਈਮ। ਉਸ ਤੋਂ ਬਾਅਦ ਮੈਂ ਦੁਬਾਰਾ 16 'ਚ ਗਿਆ ਸੀਗਾ ਸੈਟਲ ਹੁੰਦੇ। ਅਦਰਵਾਈਜ਼ ਮੈਂ ਅਮਰੀਕਾ ਸਾਰੇ ਮਤਲਬ ਪਰਮਾਤਮਾ ਦੀ ਕਿਰਪਾ ਨਾਲ 11-12 ਮੁਲਕ ਦੇਖਿਆ। ਤਾਂ ਜਿਹੜਾ ਉੱਥੇ ਤੱਥ ਦੇਖਿਆ ਨਾ ਬਾਈ, ਤੁਸੀਂ ਆਪਦੀ ਇੱਕ ਜਨਰੇਸ਼ਨ ਖਰਾਬ ਕਰਨੀ ਪੈਂਦੀ ਹੈ ਤੁਹਾਨੂੰ ਸੈਟਲ ਹੋਣ ਲਈ। ਪਰ ਜਿਹੜੀ ਅਗਲੀ ਜਨਰੇਸ਼ਨ ਆ, ਜੇ ਤੁਹਾਡੇ ਕੋਲ ਉੱਥੇ ਕੁੜੀ ਹੈ ਮੁੰਡਾ ਆ, ਉਹ ਉੱਥੇ ਮਾਹੌਲ 'ਚ ਪਲਦੇ ਆ, ਉਹਨਾਂ ਦੀ ਕੋਈ ਗਲਤੀ ਨਹੀਂ ਇਹਦੇ 'ਚ। ਉਹਨਾਂ ਦਾ ਦੇਸ਼ ਆ, ਉਹਨਾਂ ਦਾ ਕਲਚਰ ਉਹ ਬਣ ਜਾਂਦਾ। ਫਿਰ ਉਹ 'ਚ ਪੰਜਾਬੀਅਤ ਖਤਮ ਹੋਣ ਲੱਗ ਦੇਖਦੀ ਸੀ ਵੀ ਪੰਜਾਬੀਅਤ ਖਤਮ ਹੋ ਗਈ ਇਹਨਾਂ 'ਚ। ਇਹ ਹੁਣ ਚਾਹੇ ਕੁੜੀ ਗੋਰੇ ਨਾਲ ਵਿਆਹ ਕਰਾਏ ਕਾਲੇ ਨਾਲ, ਆਪਾਂ ਨੂੰ ਰੋਕ ਨਹੀਂ ਸਕਦੇ। ਉਹਨੇ ਕਹਿਣਾ ਮੇਰੀ ਲਾਈਫ ਆ, ਮੇਰੀ ਰਾਈਟ ਆ, ਆਪਾਂ ਐਂ ਵੀ ਨਹੀਂ ਕਰ ਸਕਦੇ। ਖਤਮ ਉੱਥੇ ਸਾਰਾ ਸੈਂਸ। ਜੇ ਮੁੰਡਾ ਆ, ਮੁੰਡੇ ਨੂੰ ਆਪਾਂ ਨਹੀਂ ਕਹਿ ਸਕਦੇ ਉਹ ਕੀ ਕਰਨਾ ਚਾਹੁੰਦਾ ਹੈ। ਉਹਨੇ ਉੱਠ ਕੇ ਆਪਾਂ ਉਹਦੇ ਲਈ ਕਮਾਉਂਦੇ ਮਰ ਗਏ, ਜਨਰੇਸ਼ਨ ਖਤਮ ਕਰਤੀ। ਉਹਦਾ ਇਹ ਨਹੀਂ ਪਤਾ ਵੀ ਨਿੱਕੇ ਫੈਸਲੇ ਘਰ ਛੱਡ ਕੇ ਉਹ ਆਪਣਾ ਕਿਤੇ ਚਲਾ ਜਾਵੇ, ਮੇਰੀ ਜ਼ਿੰਦਗੀ ਉੱਥੋਂ ਦਾ ਕਲਚਰ ਆ, ਆਪਾਂ ਨੂੰ ਗਲਤ ਨਹੀਂ ਕਹਿੰਦੇ। ਪਰ ਕੀ ਅੱਖਾਂ ਸਾਹਮਣੇ ਬਰਬਾਦੀ ਦਿਖ ਰਹੀ ਸੀ ਮੈਨੂੰ ਆਪਦਾ ਫਿਊਚਰ, ਜੋ ਮੈਂ ਦੇਖਿਆ 20 ਸਾਲ ਅੱਗੇ, ਠੀਕ ਹੈ ਨਹੀਂ। ਤਾਂ ਇਸ ਕਰਕੇ ਜੋ ਮੈਨੂੰ ਮੇਰੀ ਮੱਤ ਨੇ ਦੱਸਿਆ ਵੀ ਆਪਾਂ ਉਹਦੇ ਨਾਲ ਬੈਟਰ ਸਮਝਿਆ ਵੀ ਘੱਟ ਖਾ ਲਾਂਗੇ ਕਿਰਤ ਦੀ, ਤਾਂ ਆਪਾਂ ਇੰਡੀਆ ਹੀ ਚੱਲੀਏ। ਹੁਣ ਤੁਹਾਡੀ ਗੱਲ ਤੇ ਆ ਗਿਆ, ਜਦੋਂ ਇੱਥੇ ਆਇਆ, ਇੱਥੇ ਹੁਣ ਤੁਹਾਨੂੰ ਪਤਾ ਕੰਮ ਦਾ ਕਿੰਨਾ ਕੁ ਵੈਲਿਊ ਆ, ਕਿਉਂਕਿ ਲੋਕ ਮੈਨੂੰ ਕਹਿੰਦੇ ਨੇ ਵੀ ਇਹ ਸਾਰੀ ਪੈਸੇ ਦੀ ਖੇਡ ਆ।
ਪਰ ਨਹੀਂ, ਮੇਰਾ ਵੀ ਇਹੀ ਸਵਾਲ ਆ ਕਿ ਇੰਨਾ ਕੁਝ ਖੜਾ ਕਰਨਾ ਹੋਵੇ ਨਾ, ਇਹ ਕੋਈ ਨਾ ਹਜ਼ਾਰਾਂ ਦੀ ਗੱਲ ਆ ਨਾ ਲੱਖਾਂ ਦੀ, ਇਹ ਤਾਂ ਕਰੋੜਾਂ ਤੋਂ ਵੀ ਉੱਤੇ ਦੀ ਗੱਲ ਆ। ਤੇ ਕਿਸੇ ਕੋਲ ਕਹਿੰਦੇ ਹੁੰਦੇ ਨਾ ਸਿਆਣੇ ਵੀ ਪੈਸੇ ਨਾਲ ਪੈਸਾ ਜੁੜਦਾ, ਤੁਹਾਡੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ? ਮੈਂ ਨਾ ਹਮੇਸ਼ਾ ਮੇਰੇ ਲੋਕ ਕਹਿੰਦੇ ਨੇ ਵੀ ਇਹ ਸਾਰੀ ਪੈਸੇ ਦੀ ਖੇਡ ਆ, ਵੀ ਇਹਨੇ ਕੀ ਕਮਾਇਆ, ਇਹਦੇ ਪਿਓ ਦੀ ਆ, ਫਲਾਣਾ ਆ, ਠੀਕ ਆ। ਤਾਂ ਮੈਂ ਜੇ ਗੱਲ ਦੱਸਣ ਲੱਗਾ ਤਾਂ ਬੜੀ ਲੰਬੀ ਜਾਂਦੀ ਹੈ, ਬਹੁਤ ਲੰਬੀ ਜਾਊਗੀ। ਜਿਹੜੇ ਮੇਰੇ ਨਾਲ ਸੱਜਣ ਮਿੱਤਰ ਨੇ, ਕੋਈ ਛੋਟੇ ਨਹੀਂ ਬਹੁਤ ਨੇ, ਜਿਹਨੂੰ ਸ਼ੱਕ ਹੋਵੇ ਮੇਰੇ ਪਤਾ ਕਰ ਸਕਦਾ, ਦੱਸ ਦੇਣ ਕਿ ਸਾਡੇ ਕਿਵੇਂ ਸੀ ਜਾਂ ਕਿਵੇਂ ਚੱਲਿਆ। ਬਈ ਪੈਸੇ ਨਾਲ ਪੈਸਾ ਜੋੜ ਕੇ, ਇੱਕ ਹੁੰਦਾ ਬੰਦਾ ਸਰੀਰਕ ਮਿਹਨਤ ਕਰਦਾ, ਉਹ ਵੀ ਕੀਤੀ ਆ, ਇੱਕ ਹੁੰਦਾ ਦਿਮਾਗੀ ਕਰਦਾ ਵੀ ਹਾਂ ਲੋਕਾਂ ਨਾਲ ਜੁੜਨਾ, ਸਾਰੀ ਦਿਹਾੜੀ ਬਿਨਾਂ ਜਿਨ੍ਹਾਂ ਨਾਲ ਕੰਮ ਹੋਣਾ ਮਿਲ ਕੇ ਉਹਨਾਂ ਨਾਲ ਜੋੜ ਕੇ ਰੱਖਣਾ ਆਪਦੇ ਨਾਲ ਵੀ ਕੰਮ ਆ, ਹਨਾ ਉਹ ਲੈਵਲ ਤੱਕ। ਕਿਉਂਕਿ ਦੇਖੋ ਮੈਂ ਨਸ਼ਾ ਕਰਦਾ ਸੀ, ਅਸੀਂ ਇੱਕ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਬਾਈ ਕਹਿਣਾ ਨਸ਼ੇ ਲਈ, ਹਨਾ ਜੀ, ਮਾੜੇ ਤੋਂ ਮਾੜੇ ਬੰਦੇ ਤੱਕ ਝੁਕਣ ਤੱਕ ਚੱਲ ਜਾਂਦੇ ਸੀ, ਮਾੜੀ ਤੋਂ ਮਾੜੀ ਥਾਂ ਤੱਕ ਚੱਲ ਜਾਂਦੇ ਸੀ ਪੀਣ ਲਈ, ਲੈਣ ਲਈ, ਗੰਦੀ ਤੋਂ ਗੰਦੀ। ਤਾਂ ਬਿਜ਼ਨਸ ਲਈ ਤਾਂ ਮੈਂ ਕਿਸੇ ਵੀ ਬੰਦੇ ਨੂੰ ਝੁੱਕ ਕੇ ਕਹਿ ਸਕਦਾ ਸੀ ਨਾ, ਵੀਰ ਜੀ ਆ ਜਾਓ। ਇੱਕ ਆਕੜ ਹੁੰਦੀ ਜੱਟ 'ਚ, ਇਹੀ ਹੈ ਵੀ ਜੱਟ ਕਿਉਂ ਨਹੀਂ ਕਾਮਯਾਬ ਹੁੰਦੇ, ਵੀ ਮੈਂ ਕਹੂੰਗਾ ਯਾਰ ਇਹਨੂੰ ਇਹ ਗੱਲ। ਜਦੋਂ ਅਸੀਂ ਨਸ਼ੇ ਲਈ ਕਿਸੇ ਨੂੰ ਐਂ ਕਹਿ ਸਕਦੇ ਸੀ, ਤਾਂ ਇਹਦੇ ਤਾਂ ਕਿਰਤ ਆ ਨਾ ਵੀ ਆਪਾਂ ਝੁੱਕ ਕੇ ਕਿਸੇ ਤਰ੍ਹਾਂ ਦੇ ਨਾਲ ਮੈਨੂਪੂਲੇਸ਼ਨ ਕਰ ਸਕਦੇ ਹਾਂ, ਚਾਪਲੂਸੀ ਕਰ ਸਕਦੇ ਹਾਂ, ਭਾਜੀ ਆ ਜਾਓ। ਉੱਥੇ ਨਸ਼ੇ ਲਈ ਕਰਦੇ ਚਾਪਲੂਸੀ, ਇੱਥੇ ਇਹ ਆ ਵੀ ਵੀਰ ਜੀ ਆ ਜਾਓ ਕੰਮ ਤੁਹਾਨੂੰ, ਹਾਂਜੀ ਆ ਵੀਰ ਜੀ, ਇਹੀ ਗਾਹਕ ਭਾਲਦਾ। ਉਹ ਚੀਜ਼ ਨੇ ਕੰਮ ਨੂੰ ਤੁਹਾਡਾ ਵਾਧਾ ਪਾਉਂਦਾ ਵੀ ਬੜੇ ਬਈ ਵਧੀਆ ਬੰਦੇ ਨੇ, ਚੱਲ ਆਪਾਂ ਕਰਦੇ ਨਹੀਂ ਇਹਦੇ ਨਾਲ ਕੋਈ ਉੱਪਰੋਂ ਨਹੀਂ, ਪਰ ਜੇ ਕਰਨਾ ਹੋਵੇ ਉਹ ਮਿਹਨਤ ਦਿਮਾਗੀ, ਸਰੀਰਕ, ਪਲੱਸ ਇੱਕ ਆਪਾਂ ਜਦੋਂ ਸਾਰਾ ਕੁਝ ਛੱਡ ਕੇ ਕੀ ਕਰਦੇ ਹਾਂ, ਲੋਕ ਕੀ ਕਰਦੇ ਨੇ ਸਿਰਫ ਆਪਦੇ ਬਾਰੇ, ਉਸ ਤੋਂ ਬਾਅਦ ਰਹਿ ਜਾਂਦੀ ਕੁਦਰਤ, ਜਿਹਨੂੰ ਆਪਾਂ ਪਰਮਾਤਮਾ ਕਹਿ ਦਿੰਦੇ ਹਾਂ। ਪਰਮਾਤਮਾ ਗੁਰੂ ਘਰ 'ਚ ਆਪਾਂ ਨੂੰ ਇੱਕ ਕਾਲਜ ਆ, ਸੰਸਥਾ ਆ, ਜਿੱਥੋਂ ਆਪਾਂ ਨੂੰ ਸਿਖਾਉਂਦੇ ਆ ਮਹਾਰਾਜ, ਪਰ ਉਹਦੀ ਪ੍ਰੈਕਟੀਕਲ ਕਿੱਥੇ ਹੁੰਦੀ ਆ? ਸਮਾਜ ਕੀ ਆ? ਆ ਬੂਟੇ, ਬਾਕੀ ਜਿਹੜੀ ਕੁਦਰਤ ਦੇ ਹਿੱਸਾ ਨੇ ਜਿਨ੍ਹਾਂ ਨੂੰ ਆਪਾਂ ਗਿਣਦੇ ਨਹੀਂ ਹੈਗੇ ਆਪਦੇ 'ਚ, ਠੀਕ ਹੈ। ਜਾਨਵਰ ਤੁਸੀਂ ਦੇਖੋ ਤਾਂ ਕਿੰਨੇ ਜਾਨਵਰ ਨੇ, ਮੈਂ ਜਾਨਵਰ ਵੇਚਦਾ ਨਹੀਂ ਬਈ। ਕਈ ਲੋਕ ਕਹਿੰਦੇ ਨੇ ਵੀ ਵੇਚਿਆ ਜਾਨਵਰ ਨਹੀਂ, ਮੈਂ ਘੋੜਿਆਂ ਦਾ ਮੇਰਾ ਵਪਾਰ ਸੀ, ਉਹ ਮੈਨੂੰ ਸੰਤਾਂ ਮਹਾਂਪੁਰਸ਼ਾਂ ਨੇ ਲਾਇਆ ਸੀ। ਹੋਰ ਕੋਈ ਜਾਨਵਰ ਅਸੀਂ ਨਹੀਂ ਵੇਚਦੇ, ਠੀਕ ਹੈ ਜੀ। ਚਾਹੇ ਮੇਰੇ ਕੋਲ ਕੁੱਤੇ ਆ, ਚਿੜੀਆਂ ਨੇ, ਬਿੱਲੀਆਂ ਨੇ, ਕੁਛ ਵੀ ਨਹੀਂ, ਆਪਾਂ ਨਹੀਂ ਵੇਚਦੇ, ਠੀਕ। ਪਰ ਕਾਰਨ ਕੀ ਆ ਉਹਦਾ? ਉਹਨੂੰ ਮੈਂ ਸੇਵਾ ਦੇ ਤੌਰ ਤੇ ਲੈਣਾ ਵੀ ਜਿੰਨਾ, ਜਿਹੜੀ ਥਰਡ ਚੀਜ਼ ਦੱਸਣ ਲੱਗਾ, ਇਹਨਾਂ ਤੋਂ ਬਿਨਾਂ ਮੈਂ ਕੁਦਰਤ ਦਾ, ਜਿਵੇਂ ਇਹਨਾਂ ਦਾਣਾ ਜਿੰਨੀ ਸੇਵਾ ਰੱਬ ਨੇ ਦਈ ਆ, ਇਹਨਾਂ ਪ੍ਰਤੀ ਬੂਟੇ ਲਾਉਣੇ, ਮਤਲਬ ਜਿੰਨਾ ਕੁ ਮੈਂ ਕੁਦਰਤ ਲਈ ਕਰ ਸਕਦਾ। ਤਾਂ ਤੀਜੀ ਧਿਰ ਮੇਰੀ ਕਮਾਈ ਦੇ ਜੋੜਨ 'ਚ ਪੈਸਾ ਇਹ ਨੇ, ਜਿਨ੍ਹਾਂ ਦੀ ਮੈਨੂੰ ਮੰਨ ਲਓ ਰਹਿਮਤ ਹੁੰਦੀ ਹੈ, ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਅੱਗੇ ਵਧਦੇ ਹਾਂ। ਤਾਂ ਇਹ 3-4 ਚੀਜ਼ਾਂ ਮਿਲ ਕੇ ਫਿਰ ਮਹਾਰਾਜ ਨੇ ਇਹ ਚੀਜ਼ ਜੁੜਦੀ ਹੈ। ਆਪਣੇ ਲੋਕ ਕਹਿ ਦਿੰਦੇ ਮੈਂ ਮਿਹਨਤ ਕੀਤੀ ਯਾਰ, ਮੈਂ ਕੰਮ ਕੀਤਾ, ਨਹੀਂ ਕਰਨਾ, ਕੰਮ ਸਰੀਰਕ ਵੀ ਪੈਣਾ ਇਹਦੇ 'ਚ, ਕਰਨਾ ਮਾਨਸਿਕ ਵੀ ਪੈਣਾ, ਠੀਕ ਆ, ਕਰਨੇ ਇਹਦੇ ਕਰਮ ਵੀ ਪੈਣੇ ਨੇ ਸਮਾਜ ਪ੍ਰਤੀ। ਕਦੇ ਕਿਸੇ ਵੇਲੇ ਤੁਹਾਨੂੰ ਕਿਸੇ ਨੇ ਨਸ਼ੇੜੀ ਵੀ ਕਿਹਾ ਹੋਊਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਨਸ਼ੇੜੀ ਬੰਦਾ ਜਿਹੜਾ ਕਿ ਇੱਕ ਮਾੜੇ ਦੌਰ 'ਚ ਗੁਜ਼ਰ ਰਿਹਾ ਸੀ, ਇੰਨੀਆਂ ਸਿਆਣੀਆਂ ਗੱਲਾਂ ਕਿਵੇਂ ਕਰਨ ਲੱਗ ਗਿਆ? ਕਿਤਾਬਾਂ ਪੜ੍ਹਨ ਦੇ ਨਾਲ ਸ਼ੌਕ ਪੈਦੇ ਹੋ ਗਏ, ਜਾਂ ਇੱਕ ਮੈਂ ਅਸੀਂ ਦੇਖਿਆ ਤੁਹਾਡੀ ਗੱਡੀ ਤੇ ਚੀਕ ਵਗੈਰਾ ਦੀ ਫੋਟੋ ਛਪੀ ਹੈ, ਤੁਹਾਡੀ ਛਾਤੀ ਤੇ ਟੈਟੂ ਬਣਿਆ ਚੀਕ ਵਗੈਰਾ ਦਾ, ਇਹ ਕਿਵੇਂ ਗੱਲ ਬਣ ਗਈ? ਬਈ ਇਦਾਂ ਸੀਗਾ ਵੀ ਮੈਂ ਜਦੋਂ ਛੋਟਾ ਸੀ ਨਾ, ਮੇਰਾ ਛੋਟਾ ਬ੍ਰਦਰ ਐਕਸਪਾਇਰ ਹੋ ਗਿਆ ਸੀ। ਤਾਂ ਤੁਹਾਡੇ ਨੌਲੇਜ 'ਚ ਹੋਣਾ, ਸੰਤ ਨਾ ਅੰਦੋਲਨ ਸੀਗਾ ਜਦੋਂ ਆਪਣਾ ਕਿਸਾਨ ਅੰਦੋਲਨ, ਸੰਤ ਬਾਬਾ ਰਾਮ ਸਿੰਘ ਜੀ ਸੀਗੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਟਾਈਮ ਆਤਮ ਦੇ, ਹੈ ਨਾ ਜੀ। ਮੈਂ ਜਦੋਂ ਛੋਟਾ ਪੂਰਾ ਆਇਆ ਨਾ ਸਾਡੇ ਘਰ, ਕੋਈ ਮੇਰੇ ਭੂਆ ਜੀ ਕਾਫੀ ਸਤਸੰਗ ਕਰਦੇ ਸੀ, ਤਾਂ ਆਪਣੇ ਘਰ ਆਏ ਸੀਗੇ ਅਫਸੋਸ ਕਰਨ। ਤੇ ਮੈਨੂੰ ਨਹੀਂ ਪਤਾ ਲੱਗਾ, ਮੈਂ ਉਹ ਥਰਡ 'ਚ ਹੁੰਦਾ ਸੀ, ਮੈਂ ਉਹਨਾਂ ਦੇ ਨਾਲ ਹੀ ਚਲਾ ਗਿਆ। ਉਦੋਂ ਮੇਰੇ ਕੇਸ ਕੱਟੇ ਹੁੰਦੇ ਸੀ, ਤੇ ਮੈਂ ਉਹਨਾਂ ਨਾਲ ਚਲਾ ਗਿਆ, ਕੇਸ ਰੱਖ ਲਏ, ਤੇ ਮੈਂ ਉਹਨਾਂ ਦੇ ਨਾਲ ਹੀ ਰਿਹਾ। ਕਿਉਂਕਿ ਛੁੱਟੀਆਂ 'ਚ ਮੈਂ ਉਹਨਾਂ ਕੋਲ, ਹੋਸਟਲ 'ਚ ਸਕੂਲ ਲੱਗਦਾ ਹੀ, ਵਾਈਪੀਐਸ ਹੋਸਟਲ ਆ ਜਾਣਾ, ਛੁੱਟੀਆਂ ਉਹਨਾਂ ਕੋਲ। ਤਾਂ ਰਹਿੰਦਿਆਂ ਉਹਨਾਂ ਦੇ ਨਾਲ ਰਹਿਣ ਕਰਕੇ ਮੈਨੂੰ ਕੁਛ ਇਹ ਮਤਲਬ ਲਾ ਲਓ ਅਧਿਆਤਮਿਕ ਗੱਲਾਂ ਆਪਣੇ ਸੁਣਨੀਆਂ ਪੱਲੇ ਪੈ ਗਈਆਂ। ਉਸ ਟਾਈਮ ਛੋਟਾ ਉਮਰ ਸੀ, ਸੌਫਟਵੇਅਰ ਪੜ੍ਹ ਗਿਆ, ਤੇ ਸਮਝ ਨਹੀਂ ਸੀ, ਫੀਡ ਤਾਂ ਹੋ ਗਈਆਂ ਸੀ। ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਆਪਾਂ ਸਮਾਂ ਕੱਟਦੇ ਰਹੇ, ਫਿਰ ਜਦੋਂ ਮੈਂ ਜੇਲ੍ਹ ਗਿਆ ਨਾ ਬਈ, ਉੱਥੇ ਮੈਨੂੰ ਸ਼ੇਖ ਵੇਰਾ ਦੀ ਕਿਤਾਬ ਦਿੱਤੀ ਇੱਕ ਬੰਦੇ ਨੇ। ਤਾਂ ਜਦੋਂ ਮੈਂ ਪੜ੍ਹਨ ਲੱਗਾ, ਤਾਂ ਫਿਰ ਮੈਨੂੰ ਉਹਦੇ ਅੰਦਰ ਕਈ ਚੀਜ਼ਾਂ ਐਸੀਆਂ ਮਿਲੀਆਂ ਜਿਨ੍ਹਾਂ ਮੈਨੂੰ ਸਮਝਾਇਆ ਵੀ ਜ਼ਿੰਦਗੀ ਜਿਉਣ ਲਈ ਤੁਹਾਨੂੰ ਅਨੁਸ਼ਾਸਨ 'ਚ ਰਹਿਣਾ ਬਹੁਤ ਜ਼ਰੂਰੀ। ਅਨੁਸ਼ਾਸਨ ਲਈ ਨਿਯਮ ਤੁਸੀਂ ਅਸੂਲ ਗਿਣ ਲਓ, ਅਸੂਲ ਬਣਦੇ ਕਿਵੇਂ ਨੇ, ਉਹਦੇ ਲਈ ਤੁਹਾਨੂੰ ਇੱਕ ਗੁਰੂ ਧਾਰਨਾ ਪੈਂਦਾ। ਤਾਂ ਉਹ ਚੀਜ਼ਾਂ ਵਾਸਤੇ ਮੈਨੂੰ ਉਸ ਕਿਤਾਬ ਨੇ, ਉਸ ਸ਼ਖਸ ਨੇ ਮੈਨੂੰ ਬਹੁਤ ਕੁਝ ਦਿੱਤਾ। ਤਾਂ ਤੁਸੀਂ ਦੇਖੋ, ਮੇਰੇ ਸਾਰੇ ਸੱਜਣਾਂ ਨੂੰ ਪਤਾ ਵੀ ਇਹ ਬਹੁਤ ਮਤਲਬ ਸ਼ੌਕੀਨ ਹੈ ਸ਼ੇਖ ਵੇਰਾ ਚੀਜ਼ਾਂ ਦਾ, ਟੋਪੀਆਂ, ਬੈਚ, ਹਰ ਚੀਜ਼ ਮੈਨੂੰ ਇਹਦੀ ਵਧੀਆ ਲੱਗਦੀ ਆ। ਤੇ ਮੇਰੀ ਗੱਡੀਆਂ ਦੇ ਹਰ ਪਲੇਟ ਲੱਗੀ, ਹਰ ਗੱਡੀ ਦੀ ਪਲੇਟ ਲੱਗੀ ਹੋਊਗੀ, ਤੁਸੀਂ ਦੇਖੋਗੇ ਸ਼ੇਖ ਵੇਰਾ ਦੀ। ਤੇ ਜਦੋਂ ਗੱਡੀ ਲੈਂਦੇ ਸਭ ਨੂੰ ਪਤਾ। ਜਿਹੜਾ ਟੈਟੂ ਖਣਵਾਇਆ ਉਹ ਵੀ ਦਿਖਾ ਦਿਓ। ਟੈਟੂ ਬਈ, ਟੈਟੂ ਵੀ ਇਸੇ ਕਰਕੇ ਟੈਟੂ ਸੀਗਾ ਸ਼ੇਖ ਵੇਰਾ ਦਾ। ਇਹਦੇ ਤੇ ਵੀ ਸਰੀਰ ਦਾ ਕਾਰਨ ਇੱਕ ਸਿਰਫ ਇਹੀ ਹੋ ਜਾਂਦਾ ਸੀ ਬਈ। ਤੇ ਜਦੋਂ ਆਪਾਂ ਨਹਾਣਾ ਸਵੇਰੇ, ਤਾਂ ਜਦੋਂ ਆਪਾਂ ਸਾਬਣ ਮਲਣਾ ਨਾ, ਸਵੇਰੇ ਸ਼ੁਰੂਆਤ ਨਹਾਉਣ ਨਾਲ ਹੁੰਦੀ ਹੈ ਬਈ, ਉਸ ਘੜੀ ਤੁਹਾਡਾ ਦਿਮਾਗ ਕਨੈਕਟ ਹੋ ਜਾਂਦਾ, ਉਸੇ ਚੀਜ਼ 'ਚ ਪਹੁੰਚ ਜਾਂਦੇ ਤੁਸੀਂ ਦੁਬਾਰਾ, ਜਿਸ ਤੁਸੀਂ ਸ਼ੁਰੂ ਹੋਣਾ ਸੀ ਨਾ, ਉੱਥੇ ਤੁਸੀਂ ਦੁਬਾਰਾ ਪਹੁੰਚ ਜਾਂਦੇ ਹੋ। ਵੀ ਜਿਵੇਂ ਜਦੋਂ ਸਵੇਰੇ ਉੱਠਣਾ, ਜਦੋਂ ਨਹਾਉਣਾ, ਇਕੱਲੀ ਚੀਜ਼ ਦਾ ਅਰਥ ਆ, ਤਾਂ ਅਰਥ ਦੇ ਨਾਲ ਮੈਨੂੰ ਪਤਾ ਲੱਗ ਜਾਊਗਾ। ਤੇ
ਕਿਵੇਂ ਮਤਲਬ ਵੀ ਮੈਂ ਜ਼ਿੰਦਗੀ ਦੇ ਦੌਰ ਚੋਂ ਨਿਕਲ ਰਿਹਾ ਸੀ, ਜਦੋਂ ਆਹ ਟੈਟੂ ਬਣਵਾਇਆ, ਜਦੋਂ ਆਹ ਬਣਵਾਇਆ, ਉਦੋਂ ਕਿਹੜਾ ਦੌਰ ਸੀ। ਤਾਂ ਤੁਸੀਂ ਉਹ ਜਿਹੜੇ ਦੌਰ ਚੋਂ ਨਿਕਲੇ, ਤੁਸੀਂ ਸਟੈਪ ਚੜ੍ਹਦੇ ਹੋ ਨਾ ਪੌੜੀਆਂ ਵੀਰੇ, ਉਹ ਕਹਾਣੀਆਂ ਚੇਤੇ ਆ ਚੇਤੇ ਆ ਗਈਆਂ। ਤਾਂ ਇੱਕ ਤੋਂ ਉੱਪਰ ਚੜ੍ਹਦੇ ਆ, ਸਾਰੀਆਂ ਸਖਤ ਕਹਾਣੀਆਂ ਰਹੀਆਂ। ਤਾਂ ਜਦੋਂ ਨਿਕਲੇ ਆ, ਇਸ ਕੋਠੀ ਦੇ ਸਾਹਮਣੇ ਖੜੇ ਆ, ਇਹਦਾ ਵੀ ਰਾਜ ਖੋਲ ਦਿਓ ਕਿ ਇੰਨੀ ਪੁਰਾਣੀ ਹੈ, ਕਦੋਂ ਦਾ ਨਕਸ਼ਾ ਹੈ, ਕਦੋਂ ਦੀ ਹੈ ਕੋਠੀ? ਇਹ ਵੀਰੇ ਕੋਠੀ ਬਣਾਈ ਸੀ 1986 'ਚ। ਇਹ ਜਿੰਨੇ ਤੁਸੀਂ ਦੇਖੋਗੇ ਹਰਾ ਜਿੰਨਾ ਵਾਈਟ ਹੈ, 1986 'ਚ ਬਣਾਇਆ ਸੀ। ਪਿੰਡ ਤੋਂ ਬਾਹਰ ਡੇਰੇ, ਜਿਵੇਂ ਆਪਾਂ ਡੇਰਾ ਕਹਿ ਦਿੰਦੇ ਸੀ ਪਹਿਲਾਂ ਨੂੰ। ਉਦੋਂ ਇੱਕ ਪੰਜਾਬੀ ਯੂਨੀਵਰਸਿਟੀ, ਜਿਵੇਂ ਆਪਣੇ ਨਾਲ ਰੇਡੇ ਦੇ ਇੱਕ ਦੋਸਤ ਸੀਗੇ, ਐਕਸੀਐਨ ਸੀਗੇ ਸਾਡੇ ਤਾਇਆ ਜੀ ਸਰਦਾਰ ਸੁਖਵੰਤ ਸਿੰਘ ਜੀ। ਉਹ ਯੂਨੀਵਰਸਿਟੀ ਕਾਫੀ ਸਾਲ ਨੌਨ ਟੀਚਿੰਗ ਦੇ ਪ੍ਰਧਾਨ ਵੀ ਰਹੇ ਆ, ਤੇ ਉਹਨਾਂ ਦੇ ਜਾਣਕਾਰ ਸੀ। ਤੇ ਉਹਨਾਂ ਨੇ ਫਿਰ ਇੱਕ ਸਾਨੂੰ ਨਕਸ਼ਾ ਬਣਾ ਕੇ, ਤਾਂ ਮੈਂ ਵੀ ਮੈਂ ਛੋਟਾ ਸੀ, ਮੈਨੂੰ ਥੋੜੀ ਦੇਰ ਬਾਅਦ ਕਈ ਲੱਗਦਾ, ਕਹਿੰਦਾ ਤੈਨੂੰ ਕੋਈ ਪਤਾ, ਤਾਂ ਖੇਡਦੇ ਰਹੇ ਆ। ਉਹਨਾਂ ਕੱਚ ਕੱਟ ਕੇ ਜੋੜ ਕੇ ਐਵੇਂ ਨਕਸ਼ਾ ਦਿੱਤਾ ਸਾਨੂੰ ਖਿਡਾਉਣਾ ਜਾਂਦਾ। ਮੇਰੇ ਭਾਣੇ ਨਹੀਂ ਪਤਾ। ਤੇ ਉਦੋਂ ਉਹਨਾਂ ਨੇ, ਹੁਣ ਅੱਜ ਕੱਲ੍ਹ ਜਿਵੇਂ ਕੰਪਿਊਟਰ ਗ੍ਰਾਫਿਕਸ, ਉਹ ਨਕਸ਼ਾ ਬਣਾ ਕੇ ਦਿਖਾਇਆ ਸੀ। ਤੇ ਜਿੰਨਾ ਤੁਸੀਂ ਬਾਈ ਆ ਦੇਖ ਰਹੇ ਹੋ 1986 ਦਾ ਐਜ਼ ਇਟ ਇਜ਼ ਐਵੇਂ ਹੀ ਆ ਇਸ ਕੋਠੀ ਦਾ। ਤੇ ਉਹਨਾਂ ਟਾਈਮਾਂ 'ਚ ਜਿਵੇਂ ਬਣੀ ਸੀ, ਤੇ ਅੱਜ ਤੱਕ ਸਾਨੂੰ ਨਹੀਂ ਲੱਗਾ ਸੀ ਕੁਝ ਚੇਂਜਸ ਵਿੱਚ ਬਾਹਲੀਆਂ ਕੀਤੀਆਂ, ਉਵੇਂ ਦੀ ਉਵੇਂ ਰਹੀ ਆ। ਤੇ ਇਸ ਕੋਠੀ ਨੇ ਹੀ ਸਾਰਾ ਕੁਝ ਸਾਨੂੰ, ਜਿਵੇਂ ਮੰਨ ਲਓ ਭਾਗ ਲਾਏ ਆ, ਬਰਕਤ ਕੀਤੀ ਇਸ ਕੋਠੀ ਦਾ। ਇੱਕ ਸਮਾਂ ਸੀ ਜਦੋਂ ਉਹਨਾਂ ਸਮਿਆਂ ਦੇ ਵਿੱਚ ਐਡੀ ਸੋਹਣੀ ਤੇ ਵਧੀਆ ਵੱਡੀ ਕੋਠੀ ਆ, ਜਿਹੜੀ ਅੱਜ ਘਰ ਵੀ ਪਾਉਣਾ ਹੋਵੇ ਬੜਾ ਔਖਾ ਆਮ ਲੋਕਾਂ ਦੇ ਲਈ। ਤਾਂ ਇੱਕ ਸਮਾਂ ਉਹ ਵੀ ਆਇਆ, ਕੋਠੀ ਹੁੰਦਿਆਂ ਵੀ ਕਰਜ਼ਦਾਰ ਹੋ ਗਏ ਤੁਸੀਂ, ਕਿੰਨਾ ਹੀ ਕਰਜ਼ਾ ਚੜ ਗਿਆ, ਫਿਰ ਨਿਕਲਣਾ ਕਿਵੇਂ ਹੋਇਆ ਉਹਦੇ 'ਚ? ਬਾਈ ਜਦੋਂ ਮੇਰੇ ਮਤਲਬ ਅਸੀਂ ਪਹਿਲਾਂ ਉੱਠੇ ਵੀ ਬਹੁਤ, ਮਤਲਬ ਮੇਰੇ ਫਾਦਰ ਸਾਹਿਬ ਆਮ ਜ਼ਿਮੀਂਦਾਰ ਪਰਿਵਾਰ ਸੀ, ਛੋਟੇ ਜਦੋਂ ਹੋਏ ਨੇ ਤਾਂ ਉਦੋਂ ਠੇਕੇ ਲਏ। ਤਾਂ ਠੇਕਿਆਂ ਤੋਂ ਸ਼ੁਰੂਆਤ ਹੋਈ ਸੀ 86-87 'ਚ ਇਹਨਾਂ ਨੇ। ਚਲੋ ਠੇਕਿਆਂ ਨਾਲ ਚੱਲਦੇ ਰਹੇ, ਫਿਰ ਵਾਧੇ ਘਾਟੇ ਚੱਲਦੇ ਰਹੇ। ਫਿਰ ਇੱਕ ਟਾਈਮ ਆ ਗਿਆ ਜਦੋਂ ਬਹੁਤ ਜ਼ਿਆਦਾ ਮਤਲਬ ਸਮਾਂ ਆ ਗਿਆ ਸੀਗਾ, ਕਿਉਂ ਕਰਜ਼ਾਈ ਹੋ ਗਏ, ਠੀਕ ਹੈ ਜੀ। ਪਰ ਮੇਰੇ ਫਾਦਰ ਸਾਹਿਬ ਨੇ ਕਦੀ ਅੱਜ ਤੱਕ ਇਹ ਨਹੀਂ ਆ ਵੀ ਇੱਜ਼ਤ ਕਮਾਈ, ਅੱਜ ਤੱਕ ਕੋਈ ਬੰਦਾ ਉਂਗਲ ਨਹੀਂ ਕਰ ਸਕਦਾ ਵੀ ਇਹ ਬੰਦੇ ਨੇ ਮੇਰੇ ਨਾਲ ਐਂ ਕੀਤਾ ਐਂ ਕੀਤਾ। ਪਰ ਉਹਨਾਂ ਨੇ ਨਾਲ ਸੇਵਾ ਨਹੀਂ ਰੱਖੀ ਵੀਰੇ। ਅੱਜ ਜੇ ਆਪਾਂ ਕਹੀਏ, ਸਾਨੂੰ ਨੇ ਇੱਕ ਸੰਸਥਾ ਬਣਾਈ ਅੰਤਰਰਾਸ਼ਟਰੀ ਭਾਊ ਭਾਈਚਾਰਾ। ਅਸੀਂ ਸ਼ਰਾਬ ਵੇਚਦੇ ਸੀਗੇ, ਸ਼ਰਾਬ ਦਾ ਸੀ ਠੇਕੇ ਸੀ, ਕੰਮ ਸੀ ਲੋਕ ਕਹਿਣਾ, ਪਰ ਜਿਹੜਾ ਉਹਦਾ ਪੈਸਾ ਸੀ ਉਹ ਸਾਰਾ ਸਮਾਜ 'ਚ ਭਲਾਈ। ਜਿਹੜੀ ਆਟਾ ਦਾਲ ਸਕੀਮ ਅੱਜ ਤੁਹਾਨੂੰ ਮੈਂ ਦੱਸਦਾ ਜੀ, ਜਿਹੜੀ ਆਟਾ ਦਾਲ ਸਕੀਮ ਪੰਜਾਬ ਅੱਜ ਦੇ ਰਹੀ ਗਵਰਨਮੈਂਟ, ਇਹ ਦਰਅਸਲ ਪਹਿਲਾਂ ਆਪਾਂ ਅੰਤਰਰਾਸ਼ਟਰੀ ਭਾਊ ਭਾਈਚਾਰਾ ਨਾਂ 'ਤੇ ਗੁਰੂ ਨਾਨਕ ਮੋਦੀਖਾਨੇ ਖੋਲ੍ਹੇ ਗਏ ਸੀ। ਤਕਰੀਬਨ ਮੈਂ ਸ਼ਾਇਦ ਗਲਤ ਵੀ ਹੋ ਸਕਦਾ, 50 ਤੋਂ ਉੱਪਰ ਸੀਗੇ ਮੋਦੀਖਾਨੇ। ਪੰਜਾਬ 'ਚ ਵੀ ਸੀ, ਹਰਿਆਣੇ 'ਚ ਵੀ ਸੀ, ਕੋਈ ਇੱਕ ਜ਼ਿਲ੍ਹੇ 'ਚ ਨਹੀਂ ਸੀਗੇ, ਪੰਜਾਬ ਹਰਿਆਣੇ 'ਚ ਪੂਰੇ 'ਚ। ਉੱਥੇ ਪਰਿਵਾਰਾਂ ਦੀ ਛਾਂਟੀ ਕਰਕੇ ਉਹਨਾਂ ਨੂੰ ਕਾਰਡ ਬਣੇ ਸੀ, ਉਹਨਾਂ ਨੂੰ ਆਟਾ ਵੰਡਿਆ ਜਾਂਦਾ ਸੀ। ਹਰ ਜ਼ਿਲ੍ਹਿਆਂ 'ਚ, ਹਰ ਬਲਾਕਾਂ ਦੇ ਬਣੇ ਸੀ, ਟੀਮਾਂ ਸੀ, ਭੁੱਖਾ ਨਾ ਰਵੇ। ਕਿਉਂਕਿ ਅਸੀਂ ਉਹ ਸਮਾਂ ਵੇਖਿਆ ਸੀ ਡੈਡੀ ਹਰੀਆਂ ਨੇ, ਕਿਉਂਕਿ ਇੱਕ ਟਾਈਮ ਆ ਗਿਆ ਸੀ ਤਾਂ ਇਹਨਾਂ ਨੂੰ ਇਹ ਸੀ ਵੀ ਕੋਈ ਹੋਰ ਨਾ ਐਵੇਂ ਰਵੇ। ਤਾਂ ਜਿਹੜਾ ਸਾਨੂੰ ਪੈਸਾ ਬਚਦਾ ਸੀ ਡੈਡੀ ਉਸ 'ਚ ਕੱਢਦੇ ਸੀ। ਫਿਰ ਜਿਵੇਂ ਸਕੂਲ ਉਹ ਜਿਹੜਾ ਫਿਰ ਇੱਕ ਟਾਈਮ ਆਇਆ ਜਦੋਂ ਕਾਂਗਰਸ ਦੀ ਉਦੋਂ ਗਵਰਨਮੈਂਟ ਸੀਗੀ, ਤੇ ਬਾਦਲ ਸਾਹਿਬ ਨੂੰ ਪਤਾ ਲੱਗਾ ਵੀ ਇਹ ਤੀਸਰੀ ਇੰਟੈਲੀਜੈਂਸ ਰਿਪੋਰਟ ਨਾਲ ਵੀ ਇੱਕ ਧਿਰ ਬਣ, ਵੀ ਲੋਕ ਜੁੜੇ ਇਹਨਾਂ ਨਾਲ, ਵੀ ਅਕਾਲੀ ਦਲ ਕਾਂਗਰਸ ਬਾਦ। ਉਹਨਾਂ ਫਿਰ ਡੈਡੀ ਨਾਲ ਜੁਆਇਨ ਕੇ, ਡੈਡੀ ਕਹਿੰਦੇ ਮੇਰੀ ਕੋਈ ਆਪਦੀ ਇੱਛਾ ਤਾਂ ਹੈ ਨਹੀਂ ਵੀ ਜਿਹੜਾ ਮੈਂ ਆਟਾ ਦਾਲ ਵੰਡਦਾ ਵੀ ਇਹ ਪਰੰਪਰਾ ਚੱਲਦੀ ਰਹੇ। ਫਿਰ ਬਾਦਲ ਸਾਹਿਬ ਨੇ ਕਿਹਾ ਸੀ ਸਰਕਾਰ ਆਉਣ 'ਤੇ 4 ਰੁਪਏ ਕਿਲੋ ਆਟਾ 20 ਰੁਪਏ ਦਾਲ ਦਾਂਗਾ। ਫਿਰ ਉਹਨੇ ਵਾਕਈ ਦਿੱਤਾ ਵੀ, ਤੁਸੀਂ ਦੇਖੋ ਪ੍ਰੈਕਟੀਕਲੀ ਇੰਪਲੀਮੈਂਟ ਵੀ ਹੋਇਆ ਗਵਰਨਮੈਂਟ ਆਉਣ 'ਤੇ। ਤੇ ਉਹਦਾ ਜਿਹੜਾ ਪੈਸਾ ਉਹ ਵੀ ਸ਼ਰਾਬ ਦੇ ਠੇਕੇਦਾਰਾਂ ਤੋਂ ਹੀ ਲਿਆ ਜਾਂਦਾ। ਜਿਹੜਾ ਆਟਾ ਦਾਲ ਸਕੀਮ ਦਾ ਪੈਸਾ ਹੈ, ਇਹ ਸ਼ਰਾਬ ਜੋ ਆਪਾਂ ਪੇਟੀ ਦੇ ਠੇਕੇਦਾਰ ਖਰੀਦਦੇ ਨੇ ਉਹਨਾਂ ਨੂੰ ਉੱਚੋਂ ਟੈਕਸ ਭਰਦੇ ਆ, ਤਾਂ ਆਟਾ ਦਾਲ ਸਕੀਮ ਚੱਲਦੀ ਹੈ, ਠੀਕ ਹੈ ਨਹੀਂ? ਕਿਵੇਂ ਜਿਵੇਂ ਅਸੀਂ ਕਰਦੇ ਸ਼ਰਾਬ ਵੇਚ ਕੇ ਜਿਹੜਾ ਪੈਸਾ ਬਚਦਾ ਆਟੇ 'ਚ ਲਾਉਂਦੇ ਸੀ, ਐਵੇਂ ਬਾਦਲ ਸਾਹਿਬ ਨੇ ਉਹ ਪੈਸਾ, ਕਿ ਉਹਨਾਂ ਨੇ ਪੁੱਛਿਆ ਵੀ ਤੁਸੀਂ ਪੈਸਾ ਕਿੱਥੋਂ ਲਿਆਉਂਦੇ ਹੋ, ਤੇ ਡੈਡੀ ਨੇ ਦੱਸਿਆ ਵੀ ਜਿਹੜੇ ਸਾਨੂੰ ਸ਼ਰਾਬ ਵੇਚ ਕੇ, ਐਕਸਾਈਜ਼ ਪਾਲਿਸੀ ਦਾ ਹਿੱਸਾ ਬਣਾ ਲਿਆ, ਐਕਸਾਈਜ਼ ਪਾਲਿਸੀ ਦਾ ਹਿੱਸਾ ਬਣ ਗਈ ਉਹ ਚੀਜ਼। ਕਿ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹਨਾਂ ਖਰਚਾ ਕਿਵੇਂ ਕਰ ਲੈਂਦੇ ਹੋ ਆਟੇ ਦਾ, ਤਾਂ ਡੈਡੀ ਨੇ ਦੱਸਿਆ ਵੀ ਜਦੋਂ ਸਾਨੂੰ ਠੇਕਿਆਂ 'ਚ ਸ਼ਰਾਬ 'ਚ ਬਚਦਾ ਪੈਸਾ ਵੇਚ ਕੇ, ਹੈ ਨਾ, ਤਾਂ ਉਹ ਅਸੀਂ ਇੱਧਰ ਵਰਤਦੇ ਹਾਂ, ਠੀਕ ਹੈ ਨਹੀਂ? ਅਸੀਂ ਇਹ ਕਹਾਣੀ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿ ਨੌਜਵਾਨ ਉਹ ਆ ਜਿਹੜਾ 11-12 ਮੁਲਕਾਂ ਦੇ ਵਿੱਚ ਘੁੰਮਣ ਤੋਂ ਬਾਅਦ ਫਿਰ ਪੰਜਾਬ ਦੇ ਇਸ ਪਿੰਡ ਵਿੱਚ ਆਇਆ ਔਰ ਇਸੇ ਪਿੰਡ ਨੂੰ ਆਬਾਦ ਕਰ ਰਿਹਾ, ਇੱਕ ਬਿਜ਼ਨਸ ਦੇ ਨਾਲ, ਕਿੱਤੇ ਦੇ ਨਾਲ। ਕਿੰਨੇ ਹੀ ਕਰੋੜਾਂ ਦਾ ਬਿਜ਼ਨਸ ਹੁਣ ਬਣ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਵੱਧ ਫੁੱਲ ਰਿਹਾ। ਇੱਕ ਫਿਟਨੈਸ ਸੈਂਟਰ ਵੀ ਖੋਲ੍ਹ ਦਿੱਤਾ ਗਿਆ। ਹੁਣ ਅਸੀਂ ਅੱਗੇ ਚੱਲਦੇ ਹਾਂ, ਉੱਥੇ ਦਿਖਾਉਂਦੇ ਹਾਂ ਕਿ ਬਿਜ਼ਨਸ ਕਿਵੇਂ ਅੱਗੇ ਵਧਿਆ ਫੁੱਲਿਆ। ਕਿਲ੍ਹਾ ਸੈਫਦੀਪੁਰ ਦੀ ਇਹ ਚੜ੍ਹ ਤੇ ਚੜ੍ਹਾਈ ਕਿਵੇਂ ਹੋਗੀ, ਫਿਟਨੈਸ ਕਲੱਬ ਵੀ ਖੋਲ੍ਹ ਦਿੱਤਾ ਗਿਆ। ਉੱਥੇ ਹੀ ਅਸੀਂ ਖੜੇ ਹਾਂ। ਇੱਕ ਖੂਬਸੂਰਤ ਤਸਵੀਰ ਤੁਸੀਂ ਦੇਖ ਰਹੇ ਹੋ, ਇੱਕ ਪੂਲ ਵੀ ਬਣਾ ਦਿੱਤਾ ਗਿਆ, ਜਿਮ ਖਾਨਾ ਵੀ ਹੈ ਇਸ ਦੇ ਨਾਲ ਹੀ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਦਾ ਹੌਲੀ ਹੌਲੀ ਹਿੱਸਾ ਬਣ ਰਹੀਆਂ ਨੇ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਕੋਈ ਵੀ ਕਰਜ਼ਾ ਨਹੀਂ ਲਿਆ ਜਾ ਰਿਹਾ, ਲੋਨ ਨਹੀਂ ਲਿਆ ਜਾ ਰਿਹਾ। ਜਿਵੇਂ ਜਿਵੇਂ ਕਮਾਈ ਹੁੰਦੀ ਹੈ, ਉਸੇ ਕਮਾਈ ਦੇ ਵਿੱਚੋਂ ਇਸ ਬਿਜ਼ਨਸ ਨੂੰ ਹੋਰ ਐਕਸਪੈਂਡ ਕੀਤਾ ਜਾ ਰਿਹਾ, ਹੋਰ ਖੁੱਲ੍ਹਾ ਕੀਤਾ ਜਾ ਰਿਹਾ। ਬਾਈ ਇੱਕ ਗੱਲ ਮੈਂ ਹੋਰ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਜਿਹੜੀ ਕਰਜ਼ਾ ਨਾ ਲੈਣ ਵਾਲੀ ਨੀਤੀ ਕਿਵੇਂ ਅਪਣਾਈ, ਕਿਉਂਕਿ ਕਰਜ਼ੇ ਤੋਂ ਬਿਨਾਂ ਤਾਂ ਅੱਜ ਕੱਲ੍ਹ ਗੱਲ ਹੀ ਨਹੀਂ ਬਣਦੀ ਅੱਗੇ ਵਧਣ ਲਈ। ਕਰਜ਼ਾ ਬਾਈ ਮੈਂ ਵਾਕਿਆ ਤੁਹਾਨੂੰ ਦੱਸਦਾ, ਦੇਖੋ ਪੈਸਾ ਲੱਗਾ, ਬਹੁਤ ਲੱਗਾ ਕਿਸੇ ਟਾਈਮ, ਪਲਿਆਂ ਟਾਈਮ। ਜਿਵੇਂ ਆਪਾਂ ਜ਼ਮੀਨ ਫਾਦਰ ਸਾਹਿਬ ਨੇ ਇੱਕ, ਮੈਂ ਜਿਸ ਤੋਂ ਮੇਰੇ ਮੋਸਟਲੀ ਦੱਸਿਆ, ਜਿਵੇਂ ਮੈਂ ਪਹਿਲਾਂ ਮੇਰੇ ਕੋਲ ਚੰਡੀਗੜ੍ਹ ਸਾਡੇ ਕੋਲ ਪ੍ਰਾਪਰਟੀ ਸੀਗੀ, ਅਸੀਂ ਉੱਥੇ ਬਣਾ ਰਹੇ ਸੀਗੇ, ਪੈਲੇਸ ਬਣਾਉਣ ਲੱਗਾ ਸੀ ਮੈਂ, ਮੋਸਟਲੀ ਸਾਰਿਆਂ ਨੂੰ ਪਤਾ। ਤਾਂ ਮੈਨੂੰ ਮਹਾਰਾਜ ਜਿੱਥੋਂ ਮੈਂ ਘੋੜਿਆਂ 'ਚ ਪਿਆ ਸੀ, ਤਾਂ ਉੱਥੇ ਮੈਂ ਪੈਲੇਸ ਬਣਾਉਣਾ, ਸੰਤਾਂ ਨੇ ਰੋਕਤਾ ਸੀ ਵੀ ਘੋੜਿਆਂ ਤੂੰ ਇਹ ਪੈਲੇਸ ਨਾ ਬਣਾ, ਸਾਰੀ ਦਿਹਾੜੀ ਸ਼ਰਾਬ ਚੱਲੂ, ਜਨਾਨੀਆਂ ਨੱਚਣਗੀਆਂ, ਤੇਰੀ ਬੁੱਧੀ ਭ੍ਰਿਸ਼ਟ ਹੋ ਗਈ। ਤਾਂ ਮੈਂ ਕਿਹਾ ਕੀ ਕਰਾਂ, ਘੋੜੇ ਉਹ ਵਹੀ ਸੀ, ਵੇਸਟ ਜਾਂਦੀ ਸੀ।
ਚਲੋ ਉਹ ਜਿਹੜੀ ਉੱਥੋਂ ਸਾਡੇ ਕਿਸੇ ਕੰਮ ਦੀ ਨਹੀਂ, ਛੋਟੀ ਜਿਹੀ ਪ੍ਰਾਪਰਟੀ ਸੀ, ਕੰਮ ਦੀ ਨਹੀਂ, ਪਰ ਉਹਦੀ ਕੀਮਤ ਹੀ ਇੰਨੀ ਸੀ ਜਿਹੜੀ ਸਾਨੂੰ ਚਲੋ ਆਹ ਚੀਜ਼ ਬਰਕਤ ਲਈ ਆਪਣੇ ਲੱਗ ਗਈ। ਬਾਈ ਇੱਕ ਗੱਲ ਹੋਰ ਕਿ ਐਡਾ ਵੱਡਾ ਚੰਡੀਗੜ੍ਹ ਵਰਗੇ ਜਿਹੜੇ ਵੱਡੇ ਵੱਡੇ ਜਿੰਮਖਾਨੇ ਉਹਨਾਂ ਨੂੰ ਮਾਤ ਭਾਰ ਰਿਹਾ ਪਿੰਡ ਦਾ ਜਿੰਮਖਾਨਾ, ਇਹ ਆਈਡੀਆ ਕਿਵੇਂ? ਬਈ ਇੱਦਾਂ ਜਦੋਂ ਮੈਂ 2001 ਚ ਪੜ੍ਹਨ ਗਿਆ ਸੀ ਨਾ ਪਹਿਲੀ ਵਾਰ, ਐਡਮਿੰਟਨ ਸੀਗਾ, ਤਾਂ ਉੱਥੇ ਜਿਹੜਾ ਸਾਡਾ ਸਕੂਲ ਸੀ ਉਹਦੇ ਨਾਲ ਐਵੇਂ ਹੀ ਕਮਿਊਨਿਟੀ ਸੈਂਟਰ ਕਹਿੰਦੇ ਸੀ, ਤਾਂ ਉੱਥੇ ਜਿਮ, ਸਵਿਮਿੰਗ, ਰੈਸਟੋਰੈਂਟ ਇੱਕੋ ਜਗ੍ਹਾ 'ਚ ਹੁੰਦੀ ਸੀ। ਚਲੋ ਇੱਕ ਉਹਦਾ ਬਿਲਡਿੰਗ ਸੀ ਉਹਦੇ ਅੰਦਰ ਹੁੰਦਾ ਸੀ, ਤੇ ਚਲੋ ਥੋੜਾ ਮੋਟਾ ਉਹਨੂੰ ਮੋਡੀਫਾਈ ਕੀਤਾ ਕੁਛ, ਜਿਵੇਂ ਆਪਦੀ ਜ਼ਿੰਦਗੀ ਦਾ ਦੇਖਿਆ ਮੈਂ ਗਲਤ ਰਾਹ 'ਤੇ ਕਿਉਂ ਪਿਆ, ਵੀ ਇੰਨੇ ਸੰਸਕਾਰ ਸੀ, ਪਰਿਵਾਰ ਚੰਗਾ ਸੀ, ਕਿਉਂਕਿ ਸੰਗਤ ਵੀ ਫਾਦਰ ਕੋਲ ਜਿਹੜੇ ਲੋਕ ਆਉਂਦੇ ਸੀ ਉਹ ਠੇਕਿਆਂ ਦੇ ਕੰਮ ਕਰਕੇ ਚੰਗੇ ਮਾੜੇ ਜਿਵੇਂ ਚੀਜ਼ ਸਮਝਿਆ ਸੰਗਤ, ਤਾਂ ਆਪਦੇ ਬੇਟੇ ਨੂੰ ਬਚਾਉਣ ਲਈ ਸਭ ਤੋਂ ਵੱਡਾ ਕਾਰਨ ਆ ਮੇਰੇ ਬਿਜ਼ਨਸ 'ਚ ਆਉਣ ਲਈ, ਕਿਉਂਕਿ ਮੈਂ ਚਾਹੁੰਦਾ ਵੀ ਜਿਹੜਾ ਮੈਂ ਬਿਜ਼ਨਸ ਕਰਾਂ ਜਾਂ ਜਿਹੜੇ ਲੋਕ ਮੇਰੇ ਨਾਲ ਜੁੜਨਗੇ, ਕਿਉਂਕਿ ਉਹਨਾਂ ਨੇ ਘਰੇ ਵੀ ਆਉਣਾ, ਉਹਨਾਂ ਨੇ ਵਰਤਣਾ ਵੀ, ਤੁਹਾਡੇ ਬੱਚਿਆਂ ਨੇ ਵੀ ਆਉਣਾ, ਤਾਂ ਓਬਵੀਅਸਲੀ ਉਹ ਸੁਸਾਇਟੀ ਚੰਗੀ ਹੋਵੇ। ਹੁਣ ਤੁਹਾਨੂੰ ਪਤਾ ਜਿਹੜਾ ਫੋਰਸ ਨਾਲ ਜੁੜਿਆ ਬੰਦਾ ਬਹੁਤ ਘੱਟ ਲੋਕ ਨੇ ਜਿਹੜੇ ਕਿਸੇ ਗਲਤ ਰਾਹ 'ਤੇ ਜਾਂ ਗੰਦੀ ਸੋਚ ਹੁੰਦੀ ਬਹੁਤ ਘੱਟ ਨਿਕਲਣਗੇ। ਤਾਂ ਮੈਨੂੰ ਇਹ ਵੀ ਉਹਦੇ ਲਈ ਜਵਾਨ ਹੁੰਦਿਆਂ ਤੱਕ ਉਹਦੀ ਕਮਿਊਨਿਟੀ ਜਾਂ ਉਹਦੀ ਸੋਚ ਆਲੇ ਦੁਆਲੇ ਦੀ ਐਵੇਂ ਹੀ ਰਵੇ ਚੰਗੇ, ਜਿਹੜੇ ਉਹਨੂੰ ਚੰਗੇ ਪਾਸੇ ਹੀ ਜੋੜੀ ਰੱਖਣ। ਤਾਂ ਨਾਲੇ ਤਾਂ ਕਮਾਈ ਦਾ, ਨਾਲੇ ਸਰੀਰ ਦਾ ਸਰੀਰ, ਨਾਲੇ ਕਮਾਈ, ਨਾਲੇ ਤੁਹਾਡੇ ਨਾਲ ਚੰਗੇ ਲੋਕ ਚੰਗੇ ਜੁੜਦੇ ਆ। ਹੁਣ ਨਾਲ ਜਿਵੇਂ ਤੁਸੀਂ ਦੇਖੋ ਸਵਿਮਿੰਗ ਵੀ ਆ, ਹੁਣ ਬੱਚੇ ਸੀ ਸਮਰ ਕੈਂਪ 'ਚ 40-45 ਬੱਚੇ ਸਾਡੇ ਕੋਲ ਸਮਰ ਕੈਂਪ ਜੁਆਇਨ ਕੀਤੇ ਸਵਿਮਿੰਗ ਲਈ, ਰਾਈਡਿੰਗ ਲਈ ਲੱਗ ਸੀਗੇ, ਤਾਂ ਉਹ ਉਹਦੇ ਨਾਲ ਵੀ ਜੁੜੇ, ਉਹ ਪਰਿਵਾਰ ਮੇਰੇ ਨਾਲ ਵੀ ਜੁੜੇ, ਆਪਦੇ ਘਰ ਬੈਠੇ ਮੇਰੇ ਨਾਲੇ ਸਰਕਲ ਵੱਧ ਗਿਆ, ਨਾਲੇ ਇੱਕ ਪਰਿਵਾਰ ਆਪਾਂ ਨੂੰ ਜੁੜ ਗਿਆ ਚੰਗਾ, ਠੀਕ ਹੈ, ਨਾਲੇ ਕਮਾਈ ਹੋ ਗਈ, ਤਿੰਨ ਚੀਜ਼ਾਂ। ਹੁਣ ਉਹਨਾਂ 'ਚ ਰਹਿੰਦੇ ਰਹਿੰਦੇ ਨਵੇਂ ਆਈਡੀਆ ਦਿੰਦੇ ਨੇ, ਜਿਵੇਂ ਭਾਈ ਰੈਸਟੋਰੈਂਟ ਕਰ ਲਓ, ਹੁਣ ਆਪਾਂ ਇਹਦੇ ਰੈਸਟੋਰੈਂਟ ਨਾਲ ਕਰਦੇ ਪਏ ਹਾਂ, ਠੀਕ ਆ। ਉਹ ਬਸ ਸਮਝ ਲਓ ਵੀ ਗੱਲ ਕਹਿਣ ਦਾ ਮਤਲਬ ਵੀ ਮੈਂ ਚਾਹੁੰਦਾ ਸੀਗਾ ਵੀ ਜਿਹੜੀ ਮੇਰੀ ਇੱਕ ਤਾਂ ਆਪਦੇ ਘਰ 'ਚ ਰਹਿ ਗਿਆ, ਕਿਉਂਕਿ ਬਾਈ ਜੇ ਮੈਂ ਬਾਹਰ ਜਾਂਦਾ ਸੀ ਸਾਰੀ ਦੁਨੀਆ ਸੰਗਤ ਉਹੀ ਉੱਥੇ ਫਿਰਦੀ, ਮੈਂ ਉਹਨਾਂ 'ਚ ਜਾਵਾਂਗਾ ਤਾਂ ਮੈਂ ਉਵੇਂ ਦਾ ਉਵੇਂ ਹੀ ਹੋਊਗਾ, ਸ਼ਾਇਦ ਹੀ ਮੈਂ ਤਿਆਰ ਹੋਣਾ, ਮੈਂ ਸੱਚਾਈ ਦੱਸਾਂ, ਕਿਉਂਕਿ ਸਾਰਾ ਕੁਝ ਇੱਥੇ ਆ। ਜੇ ਮੈਂ ਬਾਹਰ ਜਾਊਂ ਲੋਕ ਵੀ ਉੱਥੇ ਫਿਰਦੇ ਨੇ ਵੇਚਣ ਵਾਲੇ ਪੀਣ ਵਾਲੇ, ਤੁਸੀਂ ਉਸ ਲਾਈਨ 'ਚ ਆਓਗੇ, ਇੱਥੇ ਕਮ ਸੇ ਕਮ ਉਹੀ ਆਉਣਗੇ ਜਿਨ੍ਹਾਂ ਨੂੰ ਮੇਰੇ ਤੱਕ ਕੰਮ ਆ, ਠੀਕ ਆ। ਤਾਂ ਉਹ ਮੈਂ ਚਾਹੁੰਦਾ ਜਿੰਨਾ ਵਪਾਰ ਹੋਵੇ ਸਾਫ਼ ਸੁਥਰਾ ਹੋਵੇ। ਹੁਣ ਜਿਵੇਂ ਸ਼ੂਟਿੰਗਸ ਹੁੰਦੀਆਂ ਤਾਂ ਉਹਦੇ ਚੰਗੇ ਲੋਕ ਹੀ ਆਉਂਦੇ ਨੇ, ਚੰਗਿਆਂ ਨਾਲ ਮਿਲਦੇ ਆ, ਤਾਂ ਕਹਿਣ ਦਾ ਮਤਲਬ ਉਹਦਾ ਸਾਰਾ ਕੁਝ ਉਹਦੇ ਬੱਚੇ ਦੇ ਨਾਲ ਰਿਲੇਟ ਕਰਕੇ ਵੀ ਜੋ ਮੈਂ ਲਾਈਫ ਟਾਈਮ ਦੇਖ ਲਿਆ ਉਹਨੂੰ ਨਾ ਦੇਖਣਾ ਪਵੇ। ਦੂਜੀ ਚੀਜ਼ ਜਿਹੜੀ ਮੇਰੀ ਜੱਦੀ ਪੁਸ਼ਤੀ ਜਾਇਦਾਦ ਆ, ਇਹ ਮੈਨੂੰ ਸੰਭਾਲੀ ਰੱਖਾਂ, ਪਰ ਜਿਹੜੀ ਛੋਟੀ ਪਰ ਗੱਲ ਕੀ ਸੀ, ਖੇਤੀ ਨਾਲ ਕਮਾਈ ਨਹੀਂ ਹੁੰਦੀ ਬਈ, ਜੇ ਆਪਾਂ ਵਾਹੀ ਕਰਾਂਗੇ ਉਹਦੇ 'ਚ ਉਨੀ ਮਿਹਨਤ ਕਰਕੇ ਉਨੀ ਵਾਪਸੀ ਨਹੀਂ ਆ ਰਹੀ, ਸਮਝਦੇ ਗੱਲ ਨਹੀਂ। ਪਰ ਮੇਰੇ ਕੋਲ ਦੂਜਾ ਆਲਟਰਨੇਟਿਵ ਫਿਰ ਹੈ ਕੀ ਸੀ, ਫਿਰ ਮੇਰੇ ਕੋਲ ਆਲਟਰਨੇਟਿਵ ਇਹੀ ਸੀ ਵੀ ਕੁਛ ਨਾ ਕੁਛ ਇਹੋ ਜਿਹਾ ਕੀਤਾ ਜਾਵੇ ਜਿਹਦੇ ਨਾਲ ਵੀ ਤੁਹਾਡਾ ਕਮਾਈ ਦੀ ਕਮਾਈ ਵੀ ਹੋਵੇ ਤੇ ਉਹ ਵੀ। ਇਸ ਕਰਕੇ ਮੈਨੂੰ ਇਹ ਸਾਰਾ ਫਿਰ ਇੰਫਰਾਸਟ੍ਰਕਚਰ ਜਿਵੇਂ ਦਿਮਾਗ 'ਚ ਆਇਆ ਤੇ ਆਪਾਂ ਇਹਨੂੰ ਲੇਆਊਟ ਤਿਆਰ, ਪਰਮਾਤਮਾ ਨੇ ਤਿਆਰ ਕਰਤਾ ਇੱਕ ਤਰ੍ਹਾਂ। ਜਿਵੇਂ ਸਾਰਾ ਕੁਝ ਦਿਖ ਰਿਹਾ ਇਹ ਅਸੀਂ ਕੋਸ਼ਿਸ਼ ਕੀਤੀ। ਹੁਣ ਅਗਲੇ ਪੜਾਅ ਦੇ ਵਿੱਚ ਗੱਲ ਕਰਾਂਗੇ ਕਿ ਸਾਰਾ ਕੁਝ ਬਣਨ ਤੋਂ ਬਾਅਦ ਜਿਹੜੀਆਂ ਚੀਜ਼ਾਂ 'ਚੋਂ ਨਿਕਲੇ ਨੇ ਉਸ ਤੋਂ ਕਿਵੇਂ ਲੋਕ ਹੋਰ ਵੀ ਨਿਕਲ ਸਕਦੇ ਨੇ। ਮਨਪ੍ਰੀਤ ਸਿੰਘ ਸਿੱਧੂ ਦੀ ਇਹ ਕਹਾਣੀ ਜਿਹੜੀ ਸਾਂਝੀ ਕੀਤੀ ਹੈ, ਹੁਣ ਇਹੀ ਲੱਗਦਾ ਕਿ ਜਿਹੜੀਆਂ ਇਕੱਲੀਆਂ ਗੱਲਾਂ ਨਹੀਂ ਕੀਤੀਆਂ ਜਾ ਰਹੀਆਂ, ਪਹਿਲਾਂ ਇਹ ਸਾਰਾ ਕੁਝ ਖੜਾ ਕੀਤਾ ਗਿਆ, ਦਿਖਾਇਆ ਗਿਆ। ਤਾਂ ਹੀ ਇਹਨਾਂ ਤੋਂ ਪੁੱਛ ਰਹੇ ਹਾਂ ਕਿ ਇਸ ਦੇ ਵਿੱਚ ਜਿਹੜੇ ਵੀ ਮਾੜੇ ਅਨਸਰ ਬਣ ਜਾਂਦੇ ਆ ਜਾਂ ਉਹਨਾਂ ਦੀ ਸੰਗਤ ਕੰਮ ਕਰਦੀ ਆ, ਕੁਝ ਵੀ ਕਾਰਨ ਰਹੇ ਹੁਣ ਜਾਂ ਹਾਲਾਤ ਬਣ ਜਾਂਦੇ ਆ ਕਿ ਬੰਦਾ ਗੈਂਗਸਟਰ ਬਣ ਜਾਏ, ਬੰਦਾ ਨਸ਼ੇੜੀ ਬਣ ਜਾਏ, ਬੰਦਾ ਹੋਰ ਉਦੋਂ ਮਾੜਾ ਬਣ ਜਾਏ, ਪਰ ਤੁਹਾਡੇ ਵਾਂਗ ਵਾਪਸ ਮੁੜ ਕੇ ਆਉਣਾ ਸੌਖਾ ਔਖਾ? ਬਈ ਮੁੜਨਾ ਹਰ ਕੋਈ ਚਾਹੁੰਦਾ, ਚਾਹੇ ਕੋਈ ਉਹ ਗੈਂਗਸਟਰ ਆ, ਚਾਹੇ ਕੋਈ ਉਹ ਨਸ਼ੇੜੀ ਆ, ਚਾਹੇ ਕਿਸੇ ਨੇ ਕੋਈ ਮਤਲਬ ਘਰੋਂ ਭਗੌੜਾ ਹੋ ਗਿਆ, ਜਾਂ ਚਾਹੇ ਕੋਈ ਕੁੜੀ ਆ ਜਿਹਨੇ ਗਲਤ ਕੀਤਾ। ਆਪਾਂ ਨਹੀਂ ਕਹਿੰਦੇ ਸਾਰੇ, ਮਤਲਬ ਇੱਕ ਤਰ੍ਹਾਂ ਸਭ ਤੋਂ ਵੱਡਾ ਰੋਲ ਮੋੜਨ 'ਚ ਹੁੰਦਾ ਸਮਾਜ ਦਾ। ਸਮਾਜ ਚਾਹਵੇ ਤਾਂ ਬੰਦਾ ਮੁੜ ਸਕਦਾ, ਸਮਾਜ ਨਾ ਚਾਹਵੇ ਤਾਂ ਬੰਦਾ ਉੱਥੇ ਰੁਲਿਆ ਰਹਿੰਦਾ। ਸਮਾਜ 'ਚ ਕੌਣ ਆ ਜਾਂਦੇ, ਜਿਵੇਂ ਮੇਰੇ ਨਾਲ ਮੇਰੇ ਪਰਿਵਾਰ, ਮੇਰੇ ਯਾਰ ਦੋਸਤ, ਫਿਰ ਅੱਗੇ ਤੁਹਾਡਾ ਪਿੰਡ ਤੇ ਅੱਗੇ। ਜੇ ਇਹ ਲੋਕ ਤੁਹਾਡੇ ਨਾਲ ਕੋਆਪਰੇਟ ਕਰਨ, ਤੁਹਾਨੂੰ ਨਾਲ ਲਾਉਣ, ਤਾਂ ਹਰ ਬੰਦੇ ਦਾ ਮੁੜਨ ਨੂੰ ਜੀ ਕਰਦਾ। ਕਈ ਵਾਰ ਕੀ ਹੁੰਦਾ, ਅਸੀਂ ਮੁੜਨ ਲੱਗਦੇ ਹਾਂ, ਇਹ ਲੋਕ ਨਹੀਂ ਨੇੜੇ ਬੰਦੇ ਨੂੰ ਸੁਧਰਨ ਦਿੰਦੇ, ਇਹ ਤਾਂ ਉਵੇਂ ਹੀ ਆ, ਇਹ ਫਲਾਣਾ ਆ, ਤਾਂ ਉਹ ਬੰਦਾ ਉਸ ਥਾਂ 'ਤੇ ਫਿਰ ਤਿੜਕ ਜਾਂਦਾ, ਯਾਰ ਵੀ ਸਾਨੂੰ ਖੱਟਣ ਨੂੰ ਫਾਇਦਾ ਕੀ ਆ, ਤੁਹਾਨੂੰ ਲੋਕ ਘਰੇ ਨਹੀਂ ਵਾੜਦੇ, ਤੁਹਾਨੂੰ ਇਹ ਚੀਜ਼ਾਂ ਦੇ ਵੇਖੋ। ਕੁਛ ਸਮਾਜ, ਸਭ ਤੋਂ ਪਹਿਲਾਂ ਮੈਂ ਸਮਾਜ ਦਾ ਮੰਨਣਾ, ਉਸ ਤੋਂ ਬਾਅਦ ਇਨਸਾਨ ਦੇ ਆਪਦੇ ਹੱਥ ਸਭ ਕੁਛ ਆ ਬਾਈ, ਪਰ ਸਮਾਂ ਲੱਗਦਾ। ਜਿਹੜੇ ਆਹ ਚੀਜ਼ ਅੱਜ ਦੇਖਦੇ ਆ, ਇਹ ਕੋਈ 2 ਸਾਲ ਦੀ ਚੀਜ਼ ਨਹੀਂ, ਇਹਨੂੰ 14 ਸਾਲ ਲੱਗ ਗਏ ਬਈ ਕਰਦਿਆਂ ਨੂੰ। ਬੜੀ ਵਾਰ ਥਿੜਕਦੇ ਆ, ਬੜੀ ਵਾਰ ਡਿੱਗਦੇ ਆ, ਉੱਠਦੇ ਆ, ਜ਼ਖਮੀ ਹੋਇਆ, ਕੋਈ ਇਹ ਨਹੀਂ ਵੀ ਈਜ਼ੀ ਕੰਮ ਬੜੀ ਆਰਾਮ ਨਾਲ ਬਣ ਗਿਆ, ਤਾਂ ਸਮਾਂ ਲੱਗੂ। ਦੂਜੀ ਗੱਲ ਸਮਾਂ, ਕਦੀ ਆਸ ਨਾ ਰੱਖ ਕੇ ਚੱਲੀਏ ਵੀ ਆਪਾਂ ਸਾਥ ਸੁੱਤੇ ਹਾਂ ਸਵੇਰੇ ਮੇਰਾ ਅਕਸ ਐਂ ਹੋ ਜੇ ਨਾ, ਸਮਾਂ ਲੱਗਦਾ। ਇਹਦੇ ਲਈ ਇੱਕ ਤਪੱਸਿਆ ਹੀ ਹੋ ਜਾਂਦੀ ਹੈ ਵੀ ਅੰਦਰੋਂ ਤੁਸੀਂ ਦੁਖੀ ਹੋ, ਉੱਤੋਂ ਤੁਸੀਂ ਹੱਸ ਰਹੇ ਹੋ, ਸਮਾਜ 'ਚ ਵਿਸਰਨਾ ਪੈਂਦਾ। ਕਿਉਂਕਿ ਕਈ ਵਾਰ ਹਾਰ ਕੇ ਵੀ ਮੈਨੂੰ ਰਹਿਣਾ ਪੈਂਦਾ ਸੀ, ਵਿਖਾਉਣਾ ਪੈਂਦਾ ਸੀ ਮੈਂ ਜਿੱਤਿਆ, ਅੰਦਰੋਂ ਤਪਦਾ ਹੁੰਦਾ ਸੀ, ਉੱਤੋਂ ਹੱਸਦਾ ਹੁੰਦਾ ਸੀ, ਤਪੱਸਿਆ ਹੀ ਹੋ ਜਾਂਦੀ ਇੱਕ ਤਰ੍ਹਾਂ ਵੀ ਨਹੀਂ ਯਾਰ ਮੈਂ ਠੀਕ ਹਾਂ, ਪਰ ਪਤਾ ਹੁੰਦਾ ਸੀ ਵੀ ਅੰਦਰੋਂ ਮੈਂ ਕਿਸੇ ਮੇਰੇ ਕੋਲ ਕੁਛ ਨਹੀਂ ਹੈ। ਤਾਂ ਉਹ ਮਿਹਨਤ ਬਹੁਤ ਜ਼ਰੂਰੀ ਆ ਆਪਾਂ ਨਾਲ ਜੁੜਨੀ ਤੁਹਾਨੂੰ। ਫਿਰ ਸਭ ਤੋਂ ਉਸ ਤੋਂ ਵੱਡੀ ਗੱਲ ਆ ਤੁਹਾਡਾ ਕਰੈਕਟਰ,
ਤੁਸੀਂ ਜਿਵੇਂ ਆਪਾਂ ਸਾਡੀ ਸਟੋਰੀ 'ਚ ਸ਼ੇਕ ਵੇਰ ਹੈ ਨਾ, ਤਾਂ ਮੇਰੇ ਜਿਹੜੇ ਮੇਰੇ ਸਰਕਲ 'ਚ ਲੋਕ ਨੇ, ਚਾਹੇ ਮੈਨੂੰ ਸਿਰਫ ਇੱਕ ਚੀਜ਼ ਮੰਨਦੇ ਨੇ ਵੀ ਇਹ ਸੱਚਾ, ਸਿਰਫ ਜਿਹਦੇ ਕਰਕੇ ਮੇਰੀ ਇੱਜ਼ਤ ਆ, ਵੀ ਜੇ ਮੇਰੇ ਮਨ 'ਚ ਕੁਛ ਆ ਮੈਂ ਸੱਚ ਕਹਿ ਦੇਣਾ। ਜੋ ਕਾਮਯਾਬ ਹੋਣ ਲਈ ਸਭ ਤੋਂ ਜ਼ਰੂਰੀ ਤੁਹਾਡੀ ਜ਼ਬਾਨ ਕੀ ਸੱਚ ਦੀ ਹੁੰਦੀ ਹੈ, ਸੱਚਾ ਹੋਣਾ ਬਹੁਤ ਜ਼ਰੂਰੀ ਹੈ। ਪਰ ਅਕਸਰ ਕਿਹਾ ਜਾਂਦਾ ਬਿਜ਼ਨਸ ਉਹਨਾਂ ਦੇ ਵੱਧਦੇ ਆ ਜਿਹੜੇ ਝੂਠੇ ਹੁੰਦੇ ਆ, ਜਿਹੜੇ ਕਹਿੰਦੇ ਆ ਲਾਰਾ ਲਾਉਂਦੇ ਆ। ਨਹੀਂ, ਇਹ ਬਾਈ ਇਹ ਸ਼ਾਰਟ ਕਰਵ ਆ। ਮੇਰੇ ਨਾਲ ਲੋਕ ਰੁੱਸਦੇ ਬਹੁਤ ਨੇ, ਮੈਂ ਮੂੰਹ ਤੇ ਕਹਿ ਦਿੰਦਾ ਗੱਲ, ਵੱਧ ਨਹੀਂ, ਇਸ਼ੂ ਨਹੀਂ ਹੈ, ਸਮਝਾਉਣ ਦਾ ਤਰੀਕਾ ਹੋਣਾ ਚਾਹੀਦਾ। ਦੇਖੋ ਪ੍ਰਮਾਤਮਾ ਨੇ ਇਹੋ ਜਿਹੀਆਂ ਲਾਈਨਾਂ ਜੋ ਕੱਢਤਾ ਵੀ ਸ਼ਬਦਾਂ ਦੀ, ਤੁਸੀਂ ਕਹਿੰਦੇ ਨਾ ਸ਼ਬਦ ਹੋਣੇ ਚਾਹੀਦੇ ਨੇ, ਕਹਿਣ ਦਾ ਤਰੀਕਾ ਹੋਣਾ ਚਾਹੀਦਾ। ਸ਼ਬਦਾਂ ਦੇ ਖਿਡਾਰੀ ਬਣ ਗਏ। ਹਾਂ ਸ਼ਬਦ, ਪਰ ਗਲਤ ਨਹੀਂ ਹੋਊਗਾ, ਸੱਚਾ, ਠੀਕ ਆ। ਹੁਣ ਡਿਪੈਂਡ ਕਰਦਾ ਸਾਹਮਣੇ ਪਰਸਨੈਲਿਟੀ ਕਿਹੜੀ ਆ। ਹੁਣ ਸਪੋਰਟਸ ਕੀਤੀ ਆ, ਸਪੋਰਟਸ ਨਾਲ ਰਹਿਣ ਕਰਕੇ ਉਹਦੇ ਪਤਾ, ਗੈਂਗਸਟਰ ਲਾਈਫ 'ਚ ਰਹੇ ਆ ਉਹ ਪਤਾ ਕੀ ਬੋਲੀ ਹੁੰਦੀ ਆ, ਨਸ਼ਾ ਕੀਤਾ ਉਹ ਬੋਲੀ ਦਾ ਪਤਾ, ਪੋਲੀਟਿਕਸ ਰਹੇ ਆ ਉਹ ਬੋਲੀ ਪਤਾ, ਤੁਹਾਨੂੰ ਬੋਲੀ ਆਉਣੀ ਚਾਹੀਦੀ ਆ, ਠੀਕ ਆ। ਦੂਜੀ ਗੱਲ, ਜੇ ਤੁਸੀਂ ਸੱਚੇ ਹੋ ਤਾਂ ਸੱਚ ਨੂੰ ਕੋਈ ਝੁਕਾ ਹੀ ਨਹੀਂ ਸਕਦਾ ਬਾਈ, ਠੀਕ ਆ। ਇਹ ਤਾਂ ਉਹ ਲੋਕਾਂ ਲਈ ਜਸਟੀਫਿਕੇਸ਼ਨ ਲਈ ਸ਼ਬਦ ਨੇ ਵੀ ਜਿਹੜੇ ਲੋਕਾਂ ਨੂੰ ਹਾਰ ਸਵੀਕਾਰ ਨਹੀਂ ਹੁੰਦੀ, ਠੀਕ ਹੈ ਨਹੀਂ, ਜਿਹੜੇ ਹਾਰ ਸਵੀਕਾਰ ਨਹੀਂ ਕਰ ਸਕਦੇ। ਸੱਚ ਨੂੰ ਜੇ ਮੈਂ ਕਹਾਂ ਜੀ ਭਾਜੀ ਮੇਰਾ ਇੰਨਾ ਪੈਸਾ ਲੱਗਾ ਪਲੀਜ਼, ਹੈ ਨਾ, ਇੰਨੀ ਕੁਛ ਆ, ਤੁਸੀਂ ਕਰ ਸਕਦੇ ਹੋ, ਉਹਦਾ ਤਰੀਕਾ ਤੁਸੀਂ ਕਿਵੇਂ ਕਿਸੇ ਨੂੰ ਕਨਵਿੰਸ ਕਰਕੇ ਬਣਾਉਣਾ, ਠੀਕ ਹੈ ਜੀ। ਸੱਚ ਦਾ ਵਪਾਰ ਸਾਹਮਣੇ, ਇਸ ਕਰਕੇ ਵਪਾਰ ਹੀ ਆਪਣੇ ਐਵੇਂ ਦੇ ਨੇ। ਕੋ ਜਿਮ ਆ, ਇਹਦੇ 'ਚ ਕੋਈ ਓਲਾ ਹੀ ਨਹੀਂ ਬਾਈ, ਘੋੜੇ ਨੇ ਉਹਦੇ 'ਚ ਕੋਈ ਓਲਾ ਹੀ ਨਹੀਂ ਮੇਰੀ ਚੀਜ਼ ਦੇ ਸਾਹਮਣੇ ਮੇਰੇ ਕਿਉਂ। ਹਾਲਾਂਕਿ ਸਾਡੀ ਲਾਈਨ 'ਚ ਬਹੁਤ ਝੂਠ ਦਾ, ਪਰ ਮੇਰੇ ਸਭ ਨੂੰ ਪਤਾ ਬਈ ਇਹ ਸਿੱਧਾ, ਠੀਕ ਹੈ, ਸਾਫ ਸੁਥਰਾ ਕੰਮ ਆ। ਆਪਣੇ ਧੰਦੇ 'ਚ ਕੋਈ ਇਹੋ ਜਿਹੀ ਚੀਜ਼ ਹੀ ਨਹੀਂ ਜਿਹ 'ਚ ਝੂਠ ਮਾਰਨਾ ਪਵੇ, ਠੀਕ ਹੈ ਨਹੀਂ। ਆਪਾਂ ਕਨਵਿੰਸ ਲਾਈਨ ਹੀ ਨਹੀਂ ਚੁਣੀ ਜਿਹ 'ਚ ਝੂਠ ਦੀ ਲੋੜ ਪਵੇ, ਬੁਨਿਆਦ ਹੋਵੇ। ਦੂਜੀ ਗੱਲ, ਮੇਰੀ ਜਿਹੜੀ ਮੋਟਿਵ ਆ ਜ਼ਿੰਦਗੀ ਦਾ, ਏਕਮਕਾਰ, ਸਾਰੀ ਸ੍ਰਿਸ਼ਟੀ ਇੱਕ ਬਰਾਬਰ, ਫਿਰ ਸਤਨਾਮ, ਵੀ ਜਿਹੜਾ ਮੂੰਹ 'ਚੋਂ ਨਾ ਨਿਕਲੇ, ਅੰਗੂਠਾ ਨਾ ਸੱਚਾ ਨਿਕਲੇ, ਉਦੋਂ ਆ ਕਰਤਾ ਪੁਰਖ, ਫਿਰ ਰੱਬ ਆਪੇ ਸਾਰਾ ਕੁਝ ਕਰਦਾ, ਸਾਰਾ ਉਹਦੀਆਂ ਡੋਰਾਂ ਨੇ, ਠੀਕ ਹੈ ਨਹੀਂ। ਇਸ ਕਰਕੇ ਇਹ ਮੇਜਰ 2-3 ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਮੁੜਨ ਲਈ, ਸਮਾਜ, ਤੁਹਾਡੀ ਆਪ ਦੀ ਡੈਡੀਕੇਸ਼ਨ ਤੇ ਮਿਹਨਤ, ਪਲੱਸ ਤੀਜੀ ਗੱਲ ਸਮੇਂ ਦੇ ਨਾਲ ਹੀ ਹਰ ਚੀਜ਼ ਮਿਲਦੀ, ਕਾਹਲੀ ਨਹੀਂ ਕਰਨੀ। ਜੀ, ਤੁਸੀਂ ਸਾਡੇ ਨਾਲ ਜੁੜ ਕੇ ਬੜੀ ਸੋਹਣੀ ਕਹਾਣੀ ਪੇਸ਼ ਕੀਤੀ ਹੈ, ਬਹੁਤ ਸ਼ੁਕਰੀਆ। ਥੈਂਕ ਯੂ ਵੀਰੇ, ਥੈਂਕ ਯੂ। ਇਹ ਨੌਜਵਾਨ ਮਨਪ੍ਰੀਤ ਸਿੰਘ ਸਿੱਧੂ ਭਾਊ, ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੇਖਿਆ, ਹਾਰਿਆ ਵੀ ਜਿੱਤਿਆ ਵੀ, ਪਰ ਅੱਜ ਜਿਹੜੇ ਥਾਂ ਤੇ ਖੜਾ, ਜਿਹੜੇ ਮੁਕਾਮ ਤੇ ਖੜਾ ਹੈ, ਉਸ ਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਸਿੱਖ ਸਕਦੇ ਨੇ। ਅਸੀਂ ਸਾਰੇ ਹੀ ਸਿੱਖ ਕੇ ਅੱਗੇ ਵਧ ਸਕਦੇ ਹਾਂ। ਜਿਹੜੇ ਵੀ ਜ਼ਿੰਦਗੀ 'ਚ ਹਾਰ ਮੰਨੀ ਬੈਠੇ ਨੇ, ਉਹ ਇਹ ਕਹਾਣੀ ਜ਼ਰੂਰ ਵੇਖਣ ਔਰ ਸਮਝਣ ਕਿ ਕਿਸ ਤਰ੍ਹਾਂ ਅੱਗੇ ਵਧਿਆ ਜਾ ਸਕਦਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਪਟਿਆਲਾ।